ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਜ ਤੁਹਾਡੇ ਨਾਲ ਥੋੜ੍ਹੀ ਜਿਹੀਆਂ ਗੱਲਾਂ ਸਾਂਝੀਆਂ ਕਰਨੀਆਂ ਤੇ ਇਹ ਟੌਪਿਕ ਆ ਵੀਰ ਜੀ ਆਪਣਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਕਿਹੜੀ ਤਰੀਕ ਤੇ ਹੋਇਆ ਵੀਰ ਜੀ? ਵਿਸਾਖ ਦੇ ਹੋਇਆ ਜਾਂ ਕੱਤਕ ਵਿੱਚ ਹੋਇਆ ਵੀਰ ਜੀ? ਤੇ ਇਸ ਟੌਪਿਕ ਦੇ ਵੀਰ ਜੀ ਮੈਂ ਪਹਿਲਾ ਸਵਾਲ ਤੁਹਾਨੂੰ ਪੁੱਛਦਾ on what are the significance actually for the date of birth, right? For our Gursikhs, you know, there are many Prakash Dihara that we celebrate, right? And to how significant is it to do it on the exact date? Okay, now our gurus, you know, ਆਪਾਂ ਹੁਣ ਆਪਣੇ ਗੁਰੂ ਮਹਾਰਾਜ ਦੇ ਸਮਿਆਂ ਵਿੱਚ ਚੱਲੀਏ, no, the times of our guru. So basically ਉਸ ਸਮੇਂ ਦੇ ਵਿੱਚ ਕੀ ਹੁੰਦਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸੋ ਗੁਰਸਿੱਖ ਉਸ ਸਮੇਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਕਰਦੇ ਸੀਗੇ। ਜਿਹੜੇ ਗੁਰੂ ਮਹਾਰਾਜ ਦੇ ਪਿਆਰੇ ਨੇ, ਮਹਾਰਾਜ ਦੇ ਸਿੱਖ ਨੇ, ਉਹ ਸਾਰੇ ਮਨਾਇਆ ਕਰਦੇ ਸਨ। ਜਿਵੇਂ ਜਿਵੇਂ ਮਹਾਰਾਜ ਜਿਹੜੇ ਮੁਲਕਾਂ ਵਿੱਚ ਗਏ, ਜਿਹੜੇ ਕੰਟੀਨੈਂਟਸ 'ਚ ਗਏ, ਉੱਥੇ ਇਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਸੀ। ਦੂਸਰੀ ਇਹ ਗੱਲ ਹੈ ਕਿ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੋਂ ਬਾਅਦ ਦੀ ਗੱਲ ਆ ਹੁਣ, ਗੁਰੂ ਅੰਗਦ ਦੇਵ ਜੀ ਹਮੇਸ਼ਾ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਤੇ ਜੋਤੀ ਜੋਤ ਮਨਾਉਂਦੇ ਰਹੇ ਨੇ। ਤੇ ਇਹੀ ਗੱਲ ਜਿਹੜੀ ਸੀਗੀ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵਿੱਚ ਵੀ ਹੋਈ। ਸੋ ਗੁਰਪੁਰਬ ਮਨਾਉਣੇ ਭਾਈ ਗੁਰਦਾਸ ਨੇ ਵੀ ਲਿਖਿਆ ਹੈ ਵੀ ਗੁਰਸਿੱਖਾਂ ਨੂੰ ਗੁਰਪੁਰਬ ਮਨਾਉਣੇ ਚਾਹੀਦੇ ਨੇ। ਸੋ ਇਸੇ ਤਰ੍ਹਾਂ ਹਰ ਇੱਕ ਗੁਰੂ ਦਾ ਸਮਾਂ ਜਿਵੇਂ ਜਿਵੇਂ ਬਦਲਦਾ ਗਿਆ, ਜਿਵੇਂ ਜਿਵੇਂ ਪ੍ਰੋਗਰੈਸਿਵਲੀ ਆਪਾਂ ਜਾਂਦੇ ਗਏ, ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ 5-4 ਗੁਰੂਆਂ ਦਾ ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਹਾੜਾ ਤੇ ਜੋਤੀ ਜੋਤ ਮਨਾਇਆ ਜਾਂਦਾ ਸੀ। ਗੁਰੂ ਅਰਜਨ ਦੇਵ ਜੀ ਨੇ ਜਦੋਂ ਕਰਤਾਰਪੁਰੀ ਬੀੜ ਦਾ ਸੰਪਾਦਨਾ ਕੀਤੀ, ਜਦੋਂ ਮਹਾਰਾਜ ਨੇ ਭਾਈ ਗੁਰਦਾਸ ਤੋਂ ਲਿਖਾਈ ਰਾਮਸਰ ਵਿਖੇ, ਉਹ ਜਿਹੜਾ ਸਰੂਪ ਦੇ ਵਿੱਚ ਮਹਾਰਾਜ ਨੇ ਜੋਤੀ ਜੋਤ ਸਮਾਵਨ ਚਰਿੱਤਰ ਜੋਤੀ ਜੋਤ ਸਮਾਵਨ ਕੇ ਮਹਾਰਾਜ ਨੇ ਇੱਕ ਅੰਗ ਤੇ ਲਿਖਿਆ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਲਿਖਿਆ, ਗੁਰੂ ਅੰਗਦ ਦੇਵ ਜੀ ਦਾ ਲਿਖਿਆ, ਗੁਰੂ ਅਮਰਦਾਸ ਜੀ ਦਾ ਲਿਖਿਆ ਤੇ ਗੁਰੂ ਰਾਮਦਾਸ ਦਾ। ਹੁਣ ਇਹ ਗੁਰੂ ਸਾਹਿਬਾਨ ਦੇ ਉਹ ਸਮੇਂ ਦੇ ਵਿੱਚ ਜੋਤੀ ਜੋਤ ਦੇ ਡੇਟਸ ਜਿਹੜੇ ਸੀਗੇ ਉਹ ਲਿਖੇ ਤੇ ਐਂਡ ਦੇ ਫੋਲੋਡ ਦ ਬਿਕਰਮੀ ਕੈਲੰਡਰ, ਬਿਕਰਮੀ ਈਅਰ, ਤੇ ਉਹਦੇ ਚ ਪੋਹ ਸੁਦੀ ਹੋਇਆ ਜਾਂ ਕੱਤਕ ਸੁਦੀ ਹੋਇਆ ਜਾਂ ਜਿਹੜਾ ਵਦੀ ਸੁਦੀ, ਉਹ ਹਿਸਾਬ ਨਾਲ ਜਿਹੜਾ ਲੂਨਾ ਸਿਸਟਮ ਦੇ ਨਾਲ ਉਹ ਡੇਟਸ ਉੱਥੇ ਰਿਕਾਰਡਡ ਕੀਤੇ ਗਏ ਸਨ। ਸੋ ਜੇ ਆਪਾਂ ਕਹਿੰਦੇ ਹਾਂ ਨਾ ਸਿਗਨੀਫੀਕੈਂਟ ਜਿਹੜਾ ਇਹ ਆਪਾਂ ਗੱਲ ਕਰਦੇ ਹਾਂ ਨਾ, ਜਿਵੇਂ ਗੁਰੂ ਨਾਨਕ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਨਾ, ਜਿੰਨੇ ਇਤਿਹਾਸਕਾਰ ਨੇ ਜਿੰਨੀਆਂ ਜਨਮ ਸਾਖੀਆਂ ਲਿਖੀਆਂ ਉਸ ਸਮੇਂ ਦੇ ਵਿੱਚ, ਉਹਨਾਂ ਨੇ ਉਹ ਮੌਸਮ ਵੀ ਦੱਸਿਆ ਹੈ, ਉਹਨਾਂ ਨੇ ਰਿਵਰ ਦਾ ਕੰਡੀਸ਼ਨ ਵੀ ਦੱਸਿਆ ਵੀ ਰਫ ਆ ਜਾਂ ਕਾਮ ਹੈ, ਉਹਨਾਂ ਨੇ ਧਰਤੀ ਦਾ, ਹਵਾ ਦਾ, ਉਹ ਸਾਰੀ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਵੀ ਉਹ ਐਨਵਾਇਰਨਮੈਂਟ ਕੈਸਾ ਸੀਗਾ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣਾ ਪ੍ਰਕਾਸ਼ ਲਿਆ। ਸੋ ਉਹ ਜਿਹੜੀ ਚੀਜ਼ ਹੈ ਨਾ, ਹੁਣ ਜਿਵੇਂ ਆਪਾਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ, ਕਹਿੰਦੇ ਇਹ ਜਿਹੜੀ ਚੀਜ਼ ਸੀਗੀ ਆਪਣਾ ਉਹਨਾਂ ਦਾ ਅੱਗੇ ਪੰਡਤ ਸੀਗਾ, ਜਿਹੜਾ ਪੁਰੋਹਿਤ ਹੁੰਦਾ ਸੀ ਫੈਮਲੀਆਂ ਦਾ, ਬਾਬਾ ਮਹਿਤਾ ਕਾਲੂ ਜੀ ਦਾ ਜੋ ਪੁਰੋਹਿਤ ਸੀਗਾ ਬ੍ਰਾਹਮਣ। ਸੋ ਜਿਹਨੇ ਆ ਕੇ ਉਹ ਸਾਰੇ ਜਿਹੜੇ ਘਰ ਦੀਆਂ ਜਿਹੜੀਆਂ ਜਨਮ ਪੱਤਰੀ ਬਣਾਉਣੀ, ਜੋ ਕੋਈ ਬੱਚਾ ਜੰਮੇ ਬਰਥ ਸਰਟੀਫਿਕੇਟ, ਉਹ ਆ ਕੇ ਬਣਾਇਆ ਕਰਦੇ ਸਨ। ਸੋ ਇਹਨਾਂ ਦਾ ਜਿਹੜਾ ਪੰਡਤ ਸੀਗਾ, ਪੁਰੋਹਿਤ ਸੀਗਾ ਕੁੱਲ ਦਾ, ਉਹਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਜਨਮ ਪੱਤਰੀ ਬਣਾਈ। ਤੇ ਉਹਨੇ ਜਦੋਂ ਜਨਮ ਪੱਤਰੀ ਬਣਾਈ, ਹੁਣ ਇਤਿਹਾਸ ਵਿੱਚ ਆਉਂਦਾ ਹੈ, ਉਹਨਾਂ ਨੇ ਤੁਲਸਾਂ ਦਾਸੀ ਹੋਇਆ, ਹਾਂਜੀ, ਉਹਨਾਂ ਨੂੰ ਸਾਰੀਆਂ ਜਿਹੜੀਆਂ ਦਾਸੀਆਂ ਸੀਗੀਆਂ, ਦਾਈਆਂ ਸੀਗੀਆਂ, ਹਾਂਜੀ, ਉਹਨਾਂ ਨੂੰ ਸੱਦ ਕੇ ਪੁੱਛਿਆ ਕਿ ਕਿਹੜੇ ਸਮੇਂ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ, ਰਾਤ ਦੇ ਕਿੰਨੇ ਪਹਿਰ, ਕਿੰਨੀਆਂ ਘੜੀਆਂ ਬੀਤ ਚੁੱਕੀਆਂ ਸੀ, ਕਿੰਨੀਆਂ ਬਾਕੀ ਰਹਿੰਦੀਆਂ ਸੀਗੀਆਂ। ਉਹ ਹਿਸਾਬ ਦੇ ਨਾਲ ਉਹਨਾਂ ਐਗਜ਼ੈਕਟ ਟਾਈਮ ਦੇ ਨਾਲ ਐਸਟਰੋਲੋਜੀਕਲੀ ਸਾਰੇ ਨਛੱਤਰਾਂ ਦਾ ਉਹਨਾਂ ਨੇ ਸਟੱਡੀ ਕਰਕੇ ਉਹਨਾਂ ਨੂੰ ਤਕਰੀਬਨ ਜਿਹੜਾ ਹੈ ਨਾ, ਕਹਿੰਦੇ ਇਹ ਜਨਮ ਪੱਤਰੀ ਮਹਾਰਾਜ ਦਾ ਕੱਤਕ ਵਿੱਚ ਪ੍ਰਕਾਸ਼ ਹੁੰਦਾ ਹੈ, ਜਿਹੜਾ ਨਵੰਬਰ ਦਾ ਮਹੀਨਾ ਹੈ, ਅਕਤੂਬਰ ਨਵੰਬਰ, ਤੇ ਉਹਨਾਂ ਦੀ ਜਨਮ ਪੱਤਰੀ ਤਿਆਰ ਹੁੰਦੀ ਆ ਵਿਸਾਖ ਵਿੱਚ। ਸੋ ਇਹ ਵੀ ਇੱਕ ਕਨਫਿਊਜ਼ਨ ਇੱਥੋਂ ਵੀ ਸ਼ੁਰੂ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਕੱਤਕ, ਤੇ ਉਹਨਾਂ ਦੀ ਜਨਮ ਪੱਤਰੀ ਜਿਹੜੀ ਸੀ ਉਹ ਕੰਪਲੀਟ ਹੋਈ ਆ ਵਿਸਾਖ ਦੇ ਵਿੱਚ। ਤੇ ਇੱਥੇ ਇੱਕ ਹੋਰ ਕਨਫਿਊਜ਼ਨ ਇਹ ਵੀ ਹੈ ਕਿ ਜਦੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਮਹਾਰਾਜ ਦੀ ਜਦੋਂ ਜਨਮ ਸਾਖੀ ਭਾਈ ਬਾਲੇ ਤੋਂ ਸੁਣਨਾ ਸ਼ੁਰੂ ਕੀਤੀ, ਬੈੜਾ ਮੋਖਾ ਜੀ ਨੇ ਉਹਨੂੰ ਲਿਖਿਆ, ਉਹਨਾਂ ਨੇ ਵੀ ਵਿਸਾਖ 'ਚ ਸ਼ੁਰੂ ਕੀਤੀ ਸੀ। ਅੱਛਾ। ਸੋ ਕਈਆਂ ਦੇ ਵਿੱਚ ਹੁਣ ਇਹ ਦੇਖੋ ਨੇ ਤਰੀਕਾਂ ਦਾ ਕਿਵੇਂ ਆਪਸ ਵਿੱਚ ਜਿਹੜਾ ਹੈ ਉਹ ਕੰਟਰਾਡਿਕਸ਼ਨ ਚੱਲ ਰਿਹਾ। ਸੋ ਇਸ ਕਰਕੇ
ਪੁਰਾਤਨ ਸਮੇਂ ਤੋਂ ਲੈ ਕੇ ਜਿਵੇਂ ਤੁਸੀਂ ਪੁੱਛਿਆ ਨਾ ਸਿਗਨੀਫੀਕੈਂਟ ਆਫ ਦਾ ਡੇਟ ਨਾ, ਹੁਣ ਜਿਵੇਂ ਇਹ ਸਿਗਨੀਫੀਕੈਂਟ ਤਾਂ ਹੈ ਜੇ ਗੁਰੂ ਨਾਨਕ ਸਾਹਿਬ ਦਾ ਅੱਜ ਆਪਾਂ ਬਦਲ ਦਈਏ, ਸੇ ਆਪਾਂ ਕਹਿ ਦਈਏ April ਵਿੱਚ ਹੈ ਜਨਮ ਪੱਤਰੀ ਗੁਰੂ ਨਾਨਕ ਸਾਹਿਬ ਜੀ ਅੱਜ ਤੱਕ ਵੀ ਹੈਗੀ ਹੈ। ਉਹਨਾਂ ਦੇ ਜਿਹੜਾ BPL ਬੇਦੀ ਹੈ ਨਾ, ਸੋ ਉਹਨਾਂ ਦੇ ਕੋਲ ਇੱਕ ਕਾਪੀ ਪਈ ਆ ਫਰਮ ਦਾ origignal ਕਾਪੀ ਆਫ ਦਾ ਜਨਮ ਪੱਤਰੀ ਆਫ ਗੁਰੂ ਨਾਨਕ ਸਾਹਿਬ ਜੀ, ਉਹਨਾਂ ਕੋਲ ਪਈ ਹੈ। ਉਹਦੇ ਵਿੱਚ ਕੱਤਕ ਹੈ। ਇਸ ਕਰਕੇ ਗੁਰੂ ਨਾਨਕ ਦੀ ਫੈਮਿਲੀ ਨੇ ਹਮੇਸ਼ਾ ਕੱਤਕ ਹੀ ਮਨਾਇਆ ਹੈ। ਉਹਨਾਂ ਨੇ ਕਿਤੇ ਵਿਸਾਖ ਚ ਨਹੀਂ ਮਨਾਇਆ। ਓਕੇ, ਸੋ ਹੁਣ ਦੂਸਰੀ ਜਿਹੜਾ ਥੋੜਾ ਸਵਾਲ ਸੀ ਸਿਗਨੀਫੀਕੈਂਸ ਦਾ, ਹੁਣ ਦੇਖੋ ਜੀਸਸ ਹੈ, ਹੁਣ ਜੀਸਸ ਦਾ ਜਿਹੜਾ ਹੈ ਉਹਨਾਂ ਦਾ ਬਰਥ 25 ਦਸੰਬਰ ਨਹੀਂ ਹੋਇਆ, ਪਰ ਇਹ ਇੱਕ ਅਗਰੀ ਡੇਟ ਕਰਕੇ ਉਹਨਾਂ ਨੇ ਰੱਖ ਦਿੱਤਾ। ਕਿੰਨੇ 1000 ਸਾਲਾਂ ਬਾਅਦ ਅੱਜ ਲੋਕ ਸਵਾਲ ਕਰਦੇ ਜੀਸਸ ਹੋਇਆ ਕਿ ਨਹੀਂ ਹੋਇਆ। ਦੇਖੋ ਇਹ ਗੱਲਾਂ ਜਿਹੜੀਆਂ ਨੇ ਨਾ, ਗੁਰੂ ਨਾਨਕ ਸਾਹਿਬ ਦੇ ਵੀ ਇਹੀ ਹਾਲ ਕਈ ਜਿਹੜੇ ਹਨ ਉਹ ਕਰਨਾ ਚਾਹੁੰਦੇ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਮਿਟਾਈ ਦਈਏ, ਭਲਕੇ ਕਹਿ ਦਈਏ ਵੀ ਗੁਰੂ ਨਾਨਕ ਸਾਹਿਬ ਤਾਂ ਹੋਇਆ ਹੀ, ਕਿਉਂਕਿ ਉਹਨਾਂ ਦੀ ਜਨਮ ਡੇਟ ਵੀ ਬਦਲਾ ਦਿੱਤੀ। ਆਪਾਂ ਕਿਵੇਂ ਪ੍ਰੂਫ ਕਰਾਂਗੇ। ਸੋ ਦੂਸਰੀ ਗੱਲ ਇਹ ਆ ਜਿਹੜਾ ਆਪਣਾ ਨੇਚਰ ਹੈ ਨਾ, ਇਹ ਨੇਚਰ ਦੇ ਵਿੱਚ ਪਹਿਲੀ ਵਾਰੀ ਪਰਮੇਸ਼ਰ ਗੁਰੂ ਨਾਨਕ ਬਣ ਕੇ ਧਰਤੀ ਤੇ ਪ੍ਰਗਟ ਹੋਇਆ। ਸੋ ਉਹ ਜਿਹੜਾ ਉਸ ਸਮੇਂ ਦਾ ਜਿਹੜਾ ਤਾਰਿਆਂ ਦਾ ਨਛੱਤਰਾਂ ਦਾ ਉਹ ਜਿਹੜਾ ਪੋਜੀਸ਼ਨ ਹੈ ਨਾ, ਉਹ ਬਹੁਤ ਜਿਹੜਾ ਹੈ ਐਕਸਕਲੂਸਿਵ ਹੈ ਉਹਨਾਂ ਵਾਸਤੇ। ਸੋ ਉਹ ਕਿਤੇ ਵੀ ਦੁਨੀਆ ਵਿੱਚ ਉਹ ਨਹੀਂ ਹੋਇਆ, ਕਿਉਂਕਿ ਜਿਨ੍ਹਾਂ ਨੇ ਮਹਾਰਾਜ ਦੀ ਜਨਮ ਪੱਤਰੀ ਲਿਖੀ ਨਾ, ਪੰਡਤ ਹਰਦਿਆਲ ਨੇ, ਉਹਨੇ ਇਹ ਕਿਹਾ ਕਿ ਦੁਨੀਆ ਵਿੱਚ ਪਹਿਲੀ ਵਾਰੀ ਇਹ ਸਮਾਂ ਆਇਆ ਜਿਹੜਾ ਕਿ ਕੋਈ ਵੀ ਕਿਤਾਬ ਵਿੱਚ ਨਹੀਂ ਮਿਲਦਾ ਵੀ ਤਾਰਿਆਂ ਦਾ ਇਹ ਪੋਜੀਸ਼ਨ ਸਾਰਾ ਬਣਿਆ ਹੋਇਆ ਸੀ। ਕਹਿੰਦੇ ਅੱਜ ਪਹਿਲੀ ਵਾਰੀ ਬਣਿਆ, ਤਾਂ ਹੀ ਉਹਨੂੰ ਇੰਨੇ ਮਹੀਨੇ ਲੱਗੇ ਕੱਤਕ ਤੋਂ ਵਿਸਾਖ ਤੱਕ ਉਹ ਤਿਆਰ ਕਰਨ ਵਾਸਤੇ, ਕਿਉਂਕਿ ਰੈਫਰੈਂਸ ਕੋਈ ਨਹੀਂ ਸੀ। ਸੋ ਇਹ ਸਿਗਨੀਫੀਕੈਂਸ ਹੈ ਜੀ। ਅੱਛਾ, ਵੈਰੀ ਕਲੀਅਰ ਵੀਰ ਜੀ। ਆਲਰਾਈਟ, ਸੋ ਦ ਨੈਕਸਟ ਕੁਐਸਚਨ ਵਿਚ ਜਸਟ ਲਾਈਕ ਦ ਆਪਣੀ ਜਨਮ ਪੱਤਰੀ ਤਿਆਰ ਕੀਤੀ, that is one very significant document ਹੈ ਨਾ, ਤੇ ਵੀਰ ਜੀ ਹੋਰ what are other significant documents available to prove that you know ਇਹ ਆਪਣਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਕੱਤਕ ਵਿੱਚ ਹੋਇਆ। ਓਕੇ, ਜੇ ਆਪਾਂ ਹਿਸਟੋਰੀਕਲੀ ਦੇਖੀਏ ਨਾ, ਗੁਰੂ ਪਹਿਲਾਂ ਤਾਂ ਉਹਨਾਂ ਦਾ ਪ੍ਰੂਫ ਹੈਗਾ ਜਿਹੜਾ ਕਿ ਜਨਮ ਪੱਤਰੀ ਹੈ, ਦੂਸਰਾ ਹੈਗਾ ਜਨਮ ਸਾਖੀ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਲਿਖਾਈ ਆ। ਪਰ ਇਹ ਜਿਹੜੀ ਸਾਖੀ ਗੁਰੂ ਅੰਗਦ ਦੇਵ ਜੀ ਨੇ ਲਿਖਾਈ ਆ, ਉਹਨਾਂ ਨੇ ਭਾਈ ਬਾਲੇ ਨੂੰ ਸੱਦਿਆ, ਭਾਈ ਬਾਲੇ ਨੂੰ ਪੁੱਛਿਆ। ਹੁਣ ਭਾਈ ਬਾਲੇ ਨੇ ਆ ਕੇ ਉਹਨਾਂ ਦੀ ਗੁਰੂ ਨਾਨਕ ਦਾ ਮਹਾਰਾਜ ਦੀ ਸਾਖੀ ਸ਼ੁਰੂ ਕਰ ਦਿੱਤੀ। ਪਰ ਜਦੋਂ ਉਹਨਾਂ ਦਾ ਪ੍ਰਕਾਸ਼ ਦੀ ਸਾਖੀ ਸ਼ੁਰੂ ਹੋਣ ਲੱਗੀ ਨਾ, ਜਦੋਂ ਉਹਨਾਂ ਨੇ ਦੱਸਿਆ ਵੀ ਜਨਮ ਪੱਤਰੀ ਬਣਾਈ, ਪੰਡਤ ਹਰਦਿਆਲ ਆਇਆ, ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਖੜਾ ਕੇ ਪੁੱਛਿਆ ਜਨਮ ਪੱਤਰੀ ਕਿੱਥੇ ਆ। ਸੋ ਉਸ ਵੇਲੇ ਭਾਈ ਬਾਲਾ ਜਿਹੜਾ ਸੀਗਾ ਨਾ, ਇਹ ਵਾਪਸ ਗਿਆ ਆਪਣੇ ਘਰ ਨੂੰ। ਉਸ ਵੇਲੇ ਬਾਬਾ ਮਹਿਤਾ ਕਾਲੂ ਤਾਂ ਜਿਹੜੇ ਸੀਗੇ ਉਹ ਅਕਾਲ ਚਲਾਣਾ ਕਰ ਗਏ ਸੀਗੇ। ਉਹਨਾਂ ਦੇ ਥਾਂ ਤੇ ਉਹਨਾਂ ਦਾ ਛੋਟਾ ਭਰਾ ਸੀ ਭਾਈ ਲਾਲੂ ਜੀ। ਭਾਈ ਲਾਲੂ ਜੀ ਦੇ ਘਰ ਜਾ ਕੇ ਉਹਨਾਂ ਨੇ ਉਹ ਜਨਮ ਪੱਤਰੀ ਲੱਭੀ। ਉਹਨਾਂ ਨੂੰ ਕਹਿੰਦੇ 3-4 ਦਿਨ ਲੱਗੇ ਲੱਭਣ ਵਾਸਤੇ, ਤੇ ਉਹ ਫਿਰ ਜਨਮ ਪੱਤਰੀ ਲੈ ਕੇ ਉਹ ਵਾਪਸ ਖਡੂਰ ਸਾਹਿਬ ਆਇਆ। ਤੇ ਉਹ ਜਨਮ ਪੱਤਰੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ। ਮਹਾਰਾਜ ਨੇ ਉਹ ਜਨਮ ਪੱਤਰੀ ਪੜ੍ਹੀ ਤੇ ਉਹੀ ਫਿਰ ਭਾਈ ਪੈੜੇ ਮੁਖ ਤੋਂ ਲਿਖਾਈ ਵੀ ਇਹ ਤੂੰ ਲਿਖ ਸਾਰੀ ਅੰਦਰ ਜਨਮ ਸਾਖੀ ਦੇ। ਸੋ ਇਹ ਜਿਹੜਾ ਰੈਫਰੈਂਸ ਆ ਨਾ, ਜਿਹੜਾ ਜਨਮ ਸਾਖੀ ਵਾਲਾ, ਇਹ ਹੁਣ ਹਿਸਟਰੀ ਆਪਾਂ ਨੂੰ ਕਹਿੰਦੀ ਆ। ਜੇ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਦੇ ਆ ਨਾ, ਉਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਕਹਿੰਦੇ ਵੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਜਦੋਂ ਗੁਰੂ ਅਮਰਦਾਸ ਜੀ ਦਾ ਟਾਈਮ ਹੋਇਆ ਨਾ, ਉੱਥੇ ਇੱਕ ਆਪਣਾ ਜਿਹੜਾ ਸੀਗਾ ਆਪਣਾ ਮਸੰਤ ਸੀਗਾ ਜਿਹਦਾ ਨਾਂ ਸੀ ਹਿੰਦਾਲਿਆ। ਹਿੰਦਾਲਿਆ ਦਾ ਅੱਗੇ ਇੱਕ ਪੁੱਤਰ ਹੋਇਆ। ਹਿੰਦਾਲਿਆ ਤਾਂ ਬਹੁਤ ਚੰਗਾ ਸੀਗਾ। ਉਹਦਾ ਜਿਹੜਾ ਅੱਗੇ ਪੁੱਤਰ ਹੋਇਆ ਨਾ, ਕਹਿੰਦੇ ਉਹਨੇ ਮਹਾਰਾਜ ਦੀ ਜਨਮ ਸਾਖੀ ਵਿਗਾੜ ਦਿੱਤੀ। ਉਹਨੇ ਓਰੀਜਨਲ ਪਾੜ ਕੇ ਛੱਡ ਦਿੱਤੀ ਤੇ ਉਹਨੇ ਫਿਰ ਆਪਣੇ ਤਰੀਕੇ ਨਾਲ ਲਿਖੀ, ਜਿੱਥੇ ਉਹ ਆਪਣੀ ਜਨਰੇਸ਼ਨ ਨੂੰ ਵਡਿਆਉਂਦਾ ਹੈ। ਬਟ ਹੁਣ ਇਸ ਕਰਕੇ ਲੋਕ ਭਾਈ ਬਾਲੇ ਦੀ ਜਨਮ ਸਾਖੀ ਤੇ ਬਹੁਤ ਕੁਐਸਚਨ ਕਰਦੇ ਆ ਵੀ ਇਹ ਆਥੈਂਟਿਕ ਨਹੀਂ ਹੈ। ਪਰ ਅਸਲ ਵਿੱਚ ਆਪਾਂ ਇੱਕ ਪੁਆਇੰਟ ਭੁੱਲਦੇ ਆ ਵਿੱਚੋਂ, ਹਿੰਦਾਲੀਏ ਦੇ ਉਹ ਜਨਮ ਸਾਖੀ ਨੂੰ ਖਤਮ ਕਰਨ ਤੋਂ ਪਹਿਲਾਂ ਉਹਦੀਆਂ ਕਿੰਨੀਆਂ ਹੀ ਕਾਪੀਆਂ ਬਣ ਚੁੱਕੀਆਂ ਸੀ। ਕਿਉਂਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ 'ਚ ਜਦੋਂ ਇਹ ਜਨਮ ਸਾਖੀ ਤਿਆਰ ਹੁੰਦੀ ਹੈ, ਜਿਹੜੇ ਸਿੱਖ ਆ ਕੇ ਸੁਣਦੇ ਸਨ ਨਾ, ਉਹਨਾਂ ਨੇ ਲਿਖ ਲਈ ਨਾਲੋਂ ਨਾਲ, ਤੇ ਉਹਨਾਂ ਨੇ ਭਾਈ ਪੈੜੇ ਮੋਖੀ ਦੀ ਦੇਖ ਕੇ ਉਹਨਾਂ ਨੇ ਕਾਪੀਆਂ ਬਣਾ ਲਈਆਂ, ਤੇ ਉਹ ਸਾਰੀ ਵਰਲਡ ਵਿੱਚ ਚਲੀ ਗਈ ਸੀ। ਉਸ ਵੇਲੇ ਉਹ ਖਿੰਡ ਗਈ ਸੀ ਸਾਰੇ ਪਾਸੇ। ਸੋ ਭਾਈ ਜਿਹੜਾ ਇਹ ਸੀਗਾ, ਇਹਨੇ ਤਾਂ ਵਿਗਾੜ ਦਿੱਤੀ, ਪਰ ਅਸਲੀ ਤਾਂ ਖਿੰਡ ਗਈ ਸੀ ਸਾਰੀ ਦੁਨੀਆ ਵਿੱਚ। ਸੋ ਉਹਦੀਆਂ ਕਾਪੀਆਂ ਮਿਲਦੀਆਂ ਨੇ, ਉਹ ਖਤਮ ਨਹੀਂ ਹੋਈ। ਤਾਂ ਉਸ ਤੋਂ ਬਾਅਦ ਜੇ ਆਪਾਂ ਦੇਖੀਏ,
ਹੁਣ ਭਾਈ ਬਾਲੇ ਦੀ ਜਨਮ ਸਾਖੀ ਜਿਹੜੀ ਅੱਜ ਤੱਕ ਆਪਾਂ ਮੰਨਦੇ ਆਏ ਨਾ ਵੀ ਦਿਸ ਇਜ਼ ਦ ਓਨਲੀ ਵਨ, ਅਸਲ 'ਚ ਠੀਕ ਨਹੀਂ। ਹੁਣ ਖਾਲਸਾ ਕਾਲਜ ਦੇ ਵਿੱਚ ਕਹਿੰਦੇ ਇੱਕ ਕਾਪੀ ਸੀਗੀ ਇੱਕ ਜਨਮ ਸਾਖੀ ਦੀ, ਜਿਹੜਾ ਕਿ ਬਾਬਾ ਸ੍ਰੀ ਚੰਦ ਦੀ ਜਨਮ ਸਾਖੀ ਕਰਕੇ ਮੰਨਿਆ ਜਾਂਦਾ। ਉਹਦੇ ਵਿੱਚ ਕਹਿੰਦੇ ਉਹ ਜਿਹੜੀ ਜਨਮ ਸਾਖੀ ਸੀ ਗੁਰੂ ਨਾਨਕ ਮਹਾਰਾਜ ਦੇ ਸਮੇਂ ਵਿੱਚ ਲਿਖੀ। ਬਾਬਾ ਲਖਮੀ ਦਾਸ ਜਿਹੜੇ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸੀ, ਉਹ ਕਾਫੀ ਪੜ੍ਹੇ ਲਿਖੇ ਸਨ, ਉਹਨਾਂ ਨੂੰ ਜਿਹੜਾ ਹਨ ਕਾਫੀ ਵਿਦਿਆ ਉਹਨਾਂ ਕੋਲ ਸੀਗੀ। ਬਾਬਾ ਸ੍ਰੀ ਚੰਦ ਨੇ ਉਹਨਾਂ ਨੂੰ ਕਹਿ ਕੇ ਉਹ ਲਿਖਾਈ ਸੀਗੀ। ਉਹ ਜਨਮ ਸਾਖੀ ਜਿਹੜੀ ਬਾਬਾ ਲਖਮੀ ਦਾਸ ਨੇ ਲਿਖੀ ਹੈ, ਗੁਰੂ ਨਾਨਕ ਸਾਹਿਬ ਨੇ ਉਹਨੂੰ ਪੜ੍ਹਿਆ ਵੀ ਹੈ, ਉਹਨੂੰ ਆਥੈਂਟਿਸਟ ਵੀ ਕੀਤਾ ਹੈ, ਉਹਨਾਂ ਨੂੰ ਐਨ ਦੇਖ ਕੇ ਉਹਨਾਂ ਨੂੰ ਅਪਰੂਵ ਕੀਤਾ ਹੈ। ਉਹ ਜਨਮ ਸਾਖੀ ਬਾਬਾ ਲਖਮੀ ਦਾਸ ਦੀ ਪਹਿਲੀ ਆਉਂਦੀ ਆ, ਭਾਈ ਬਾਲੇ ਦੀ ਦੂਜੇ ਨੰਬਰ ਤੇ ਚਲੀ ਜਾਂਦੀ ਹੈ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਇਹ ਇਤਿਹਾਸ ਇਸ ਤਰ੍ਹਾਂ ਚੱਲਦਾ ਹੈ। ਸੋ ਇਹਦਾ ਜੇ ਆਪਾਂ ਹੋਰ ਵੀ ਪ੍ਰੂਫ ਦੇਖੀਏ ਤਾਂ ਬੜੇ ਪ੍ਰੂਫ ਆਉਂਦੇ ਨੇ। ਉਸ ਤੋਂ ਬਾਅਦ ਜਿਨ੍ਹਾਂ ਨੇ ਵੀ ਇਹਦੇ ਤੇ ਬੇਸ ਕੀਤਾ, ਤਾਂ ਹੀ ਆਪਾਂ ਕੱਤਕ 'ਚ ਪਹਿਲੇ ਦਿਨ ਤੋਂ ਮਨਾਉਂਦੇ ਆਏ ਹਾਂ। ਨਨਕਾਣਾ ਸਾਹਿਬ 'ਚ ਤੁਸੀਂ ਮੈਨੂੰ ਇੱਕ ਵੀ ਰੈਫਰੈਂਸ ਦੇ ਦਿਓ ਕਿ ਵਿਸਾਖੀ ਨੂੰ ਕਿਤੇ ਮਨਾਇਆ ਹੋਵੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ। ਨਹੀਂ ਹੈਗਾ ਨਹੀਂ। ਅੱਛਾ, okay, very clear Virji. So from a factual standpoint and also the significance of it, I think ਇਹ ਵਾਲਾ clear ਹੋ ਗਿਆ ਆਪਣੇ ਗਾੜੀ ਕੇ ਕੱਤਕ ਦੇ ਵਿੱਚ ਆ ਇਹ ਤਰੀਕ। ਤੇ ਵੀਰ ਜੀ ਪਰ ਇਹ ਸਵਾਲ ਉੱਠਦਾ ਤੇ ਆਪਾਂ what is the confusion about, ਕਿਉਂ ਆਪਾਂ ਵਿਸਾਖ ਦੇ ਵਿੱਚ ਮਨਾਉਂਦੇ ਆ? You mentioned the fact that ਜਨਮ ਪੱਤਰੀ ਤੇ ਇਸ ਡੇਟ ਦੇ ਉੱਤੇ ਤਿਆਰ ਹੋਈ ਸੀ, ਪਰ what makes the ਸੰਗਤ become so confused that hey ਵਿਸਾਖ ਦੇ ਵਿੱਚ ਹੋਈ ਆ? What other facts are confusing us? Okay, ਦੇਖੋ ਗੁਰੂ ਘਰ ਦੇ ਵਿੱਚ ਨਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਰਾਮਦਾਸ ਤੱਕ ਨਾ ਸੇਵਕ ਨੂੰ ਗੱਦੀ ਮਿਲੀ ਆ। ਫਿਰ ਜਿਹੜੀ ਸਾਖੀ ਆਉਂਦੀ ਆ ਨਾ, ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਬੀਬੀ ਭਾਨੀ ਨੇ ਵਰ ਲਿਆ ਵੀ ਸਾਡੇ ਘਰ ਦੇ ਵਿੱਚ ਗੁਰਤਾ ਗੱਦੀ ਰਹਿ ਜਾਵੇ। ਚਲੋ ਉਹ ਸਾਖੀ ਦੇ ਨਾਲ ਜੇ ਆਪਾਂ ਰਿਲੇਟ ਕਰੀਏ, ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਨਾ। ਉਹਨਾਂ ਦੇ 3 ਪੁੱਤਰ ਸੀਗੇ, ਬਾਬਾ ਸ੍ਰੀ ਚੰਦ, ਬਾਬਾ ਪ੍ਰਿਥੀ ਚੰਦ ਸਭ ਤੋਂ ਵੱਡੇ, ਦੂਜੇ ਬਾਬਾ ਮਹਾਦੇਵ ਤੇ ਤੀਜੇ ਗੁਰੂ ਅਰਜਨ ਦੇਵ ਜੀ ਨਾ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਮਿਲਦੀ ਹੈ, ਬਾਬਾ ਪ੍ਰਿਥੀ ਚੰਦ ਲੜਦੇ ਨੇ। ਸੋ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਬਹੁਤ ਝਗੜਾ ਕੀਤਾ। ਕਾਹੇ ਪੂਤ ਝਗੜਤ ਹੋਂ ਸੰਗ ਭਾਪ, ਮਹਾਰਾਜ ਨੇ ਇਹ ਵੀ ਜਿਹੜਾ ਸ਼ਬਦ ਲਿਖਿਆ ਗੁਰੂ ਰਾਮਦਾਸ ਜੀ ਨੇ ਵੀ ਕਿਉਂ ਤੂੰ ਮੇਰੇ ਨਾਲ ਲੜ ਰਿਹਾ, ਤੂੰ ਇੱਕ ਪੁੱਤਰ ਆ, ਮੈਂ ਤੇਰਾ ਪਿਓ ਆ, ਹੈਨਾ। ਸੋ ਕਹਿੰਦੇ ਇਹ ਜਿਹੜਾ ਇਹ ਝਗੜਾ ਚੱਲਦਾ ਰਿਹਾ। ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਪ੍ਰਿਥੀ ਚੰਦ ਸੰਗਤਾਂ 'ਚ ਕਹਿੰਦਾ ਸੀ ਵੀ ਮੈਂ ਗੁਰੂ ਹਾਂ, 5ਵਾਂ ਗੁਰੂ ਮੈਂ। ਸੋ ਉਹਨੇ ਇਹ ਗੱਲ ਨੂੰ ਬਹੁਤ ਜ਼ਿਆਦਾ ਜਿਹੜਾ ਹਨ ਜ਼ੋਰ ਪਾ ਕੇ ਲੋਕਾਂ ਨੂੰ ਪਿੱਛੇ ਲਾਇਆ। ਤੇ ਭਾਈ ਗੁਰਦਾਸ ਜੀ ਜਦੋਂ ਵਾਪਸ ਆਏ ਆਗਰੇ ਤੋਂ, ਉਹਨਾਂ ਨੇ ਸੰਗਤਾਂ ਨੂੰ ਸਮਝਾਇਆ ਵੀ ਅਸਲੀ ਗੁਰੂ ਅਰਜਨ ਦੇਵ ਜੀ ਆ, ਪ੍ਰਿਥੀ ਚੰਦ ਨਹੀਂ ਹੈ। ਉਦੋਂ ਤੋਂ ਪ੍ਰਿਥੀ ਚੰਦ ਦੀ ਪੋਪੁਲੈਰਿਟੀ ਜਿਹੜੀ ਸੀ ਡਾਊਨ ਹੋ ਗਈ। ਜਦੋਂ ਉਹ ਡਾਊਨ ਹੋਈ ਨਾ, ਫਿਰ ਇਹਨੇ ਕੀ ਕੀਤਾ, ਇਹਨੇ ਫਿਰ ਉਹਨੇ ਆਪਣੇ ਘਰ ਵਾਲੀ ਨਾਲ ਗੱਲ ਕਰਦਾ ਹੈ, ਕਹਿੰਦਾ ਗੁਰਤਾ ਗੱਦੀ ਤਾਂ ਆਪਣੇ ਘਰ 'ਚ ਆਉਣੀ, ਚਲੋ ਮੈਨੂੰ ਨਹੀਂ ਮਿਲੀ। ਗੁਰੂ ਅਰਜਨ ਦੇਵ ਜੀ ਘਰ ਪੁੱਤਰ ਹੈ ਨਹੀਂ ਕੋਈ, ਸਾਡਾ ਪੁੱਤਰ ਮਿਹਰਬਾਨ ਨੂੰ ਗੁਰਤਾ ਗੱਦੀ ਮਿਲੇਗੀ ਕਿਉਂਕਿ ਸੋਢੀਆਂ ਵਿੱਚ ਰਹਿਣੀ ਆ। ਸੋ ਕਹਿੰਦਾ ਸਾਡੇ ਘਰ 'ਚ ਆਏਗੀ। ਉਹ ਬਹੁਤ ਕੌਨਫੀਡੈਂਸ ਸੀਗਾ। ਪਰ ਜਦੋਂ ਮਾਤਾ ਗੰਗਾ ਨੇ ਇਹ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰ ਦਿੱਤੀ, ਮਹਾਰਾਜ ਨੇ ਕਿਹਾ ਕਿ ਮੈਂ ਆਪਣੇ ਵੱਡੇ ਭਰਾ ਦਾ ਬਚਨ ਮੋੜ ਨਹੀਂ ਸਕਦਾ, ਪਰ ਇੱਕ ਸਿੱਖ ਜ਼ਰੂਰ ਕਰ ਸਕਦਾ ਹੈ। ਬਾਬਾ ਬੁੱਢਾ ਜੀ ਕੋਲ ਭੇਜੇ, ਵਰ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ ਵਡਾਲੀ ਹੋਏ। ਕਿਉਂ? ਕਿਉਂਕਿ ਬਾਬਾ ਬੁੱਢਾ ਨੇ ਬਚਨ ਕਰਤੇ ਸੀ ਗੁਰੂ ਕੀਆਂ ਨੂੰ ਕੀ ਭਾਜਣਾ ਪਈਆਂ ਜੋ ਪਹਿਲੀ ਵਾਰੀ ਮਾਤਾ ਗੰਗਾ ਜੀ ਗਿਆ। ਉਹ ਬਚਨ ਪੂਰਾ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਵਡਾਲੀ ਸਾਹਿਬ ਚਲੇ ਗਏ, ਜਿੱਥੇ ਮਹਾਰਾਜ 3 ਸਾਲ ਰਹੇ। ਉਹ 3 ਸਾਲਾਂ ਦੇ ਵਿੱਚ 3 ਅਟੈਂਪਟਸ ਜਿਹੜੇ ਸੀ ਬਾਬਾ ਸ੍ਰੀ ਚੰਦ ਨੇ ਕੀਤੇ ਗੁਰੂ ਹਰਗੋਬਿੰਦ ਸਿੰਘ ਨੂੰ ਮਾਰਨ ਵਾਸਤੇ। ਫਿਰ 2 ਉਹਨਾਂ ਨੇ ਅੰਮ੍ਰਿਤਸਰ ਵਿੱਚ ਕੀਤੇ ਜਦੋਂ ਮਹਾਰਾਜ ਜੀ ਵਾਪਸ ਆ ਕੇ 3 ਸਾਲਾਂ ਬਾਅਦ। Baba Prithi Chand was all out to kill Guru Hargobind Sahib Ji because he knew Meherban would not stand a chance when Guru Hargobind Sahib Ji is there. So उन्होंने मारना चाहे, नहीं बने। अखीर बाबा ਪ੍ਰਿਥੀ ਚੰਦ ਜੀ ਚਲੇ ਗਏ, ਸੁਲਹੀ ਖਾਨ ਦੇ ਨਾਲ ਮਿਲ ਕੇ ਜਹਾਂਗੀਰ ਕੋਲ ਚਲੇ ਗਏ। ਉਹਨਾਂ ਨੇ ਉਹ ਸਾਰਾ ਬਣਾ ਕੇ that whole process ਜਿਹੜਾ ਸੀਗਾ ਵੈਰ ਭਾਵਨਾ ਦਾ ਲੀਡ ਅੰਟਿਲ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬੈਠਣਾ ਪਿਆ, ਚੰਦੂ ਦੀ ਗੱਲ ਆ ਗਈ, ਉਹ ਸਾਰਾ ਕੁਝ ਹੋਇਆ। ਬਟ ਉਹ ਹਮੇਸ਼ਾ ਆਪਣੇ ਆਪ ਨੂੰ 5ਵਾਂ ਗੁਰੂ ਸਦਾਉਂਦੇ ਰਹੇ ਪ੍ਰਿਥੀ ਚੰਦ। ਦੂਸਰਾ ਮਿਹਰਬਾਨ 6ਵਾਂ ਗੁਰੂ ਅਖਵਾਉਂਦਾ ਰਿਹਾ। ਸੋ ਹਿਸਟਰੀ ਵਿੱਚ ਇਹ ਵੀ ਗੱਲ ਆਉਂਦੀ ਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਬਾਣੀ ਕਿਉਂ ਨਹੀਂ ਉਚਾਰਨ ਕੀਤੀ ਉਸ ਸਮੇਂ, ਕਿਉਂਕਿ ਮਿਹਰਬਾਨ ਮਹੱਲਾ 6ਵਾਂ ਪਾ ਕੇ ਬਾਣੀ ਬਣਾਉਂਦਾ ਸੀ ਆਪਦੀ ਤੇ ਨਾਨਕ ਨਾਮ ਲਿਖਦਾ ਸੀ।
ਅੱਛਾ ਹਾਂ ਇਹ ਵੀ ਇੱਕ ਪੁਆਇੰਟ ਹੈ। ਚਲੋ ਸੋ ਇਹ ਜਿਹੜਾ ਸਾਰਾ ਪ੍ਰੋਸੈਸ ਚੱਲਿਆ ਨਾ, ਹੁਣ ਮਿਹਰਬਾਨ ਜਿਹੜਾ ਸੀਗਾ ਉਹ ਪੈਰਲਲ ਗੁਰੂ ਬਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। ਆਫ ਕੋਰਸ ਉਹਦੀ ਪਪੂਲੈਰਿਟੀ ਹੈ ਨਹੀਂ ਸੀ, ਪਰ ਉਹ ਬਣਿਆ ਸੀ। ਹੁਣ ਮਿਹਰਬਾਨ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਉਹਦੀ ਕੋਈ ਸ਼ਕਤੀ ਤਾਂ ਕੋਈ ਨਹੀਂ ਹੈਗੀ, ਉਹ ਗੁਰੂ ਵਰਗਿਆ ਕਾਰਜ ਨਹੀਂ ਕਰ ਸਕਦਾ, ਉਹ ਕਰਮ ਨਹੀਂ ਕਰ ਸਕਦਾ, ਉਹ ਸਿੱਖਾਂ ਦੀ ਅਰਦਾਸ ਸੁਣ ਕੇ ਪੂਰੀ ਨਹੀਂ ਕਰ ਸਕਦਾ। ਸੋ ਮਿਹਰਬਾਨ ਹੈਡ ਨੋ ਚੋਇਸ, ਹੀ ਹੈਡ ਟੂ ਡੀਗ੍ਰੇਡ ਗੁਰੂਜ਼ level to his level. So that's why what he did was ਉਹਨਾਂ ਨੇ ਇੱਕ ਨਵੀਂ ਜਨਮ ਸਾਖੀ ਲਿਖੀ ਮਿਹਰਬਾਨ ਨੇ, ਜਿਹਨੂੰ ਆਪਾਂ ਮਿਹਰਬਾਨ ਦੀ ਜਨਮ ਸਾਖੀ ਕਹਿੰਦੇ ਆ। ਉਹ ਜਨਮ ਸਾਖੀ ਦੇ ਵਿੱਚ ਉਹਨੇ ਜਿਹੜਾ ਹੈ ਜਦੋਂ ਲਿਖਦਾ ਸੀਗਾ ਉਹਨੇ ਬ੍ਰਾਹਮਣਾਂ ਦਾ ਸਾਥ ਲਿਆ, ਬਿਕਾਜ਼ ਸੰਸਕ੍ਰਿਤ ਤੇ ਦੂਜੀ ਭਾਸ਼ਾ ਜਿਹੜੀ ਸੀਗੀ ਜਾਂ ਪੋਇਟਰੀ ਜਿਹੜੀ ਸੀ ਉਹਨਾਂ ਨੇ ਬ੍ਰਾਹਮਣਾਂ ਦਾ ਸਾਥ ਲਿਆ। ਇਹ ਬ੍ਰਾਹਮਣ ਜਾਂ ਜਿਹੜੇ ਪੰਡਤ ਸੀਗੇ ਬ੍ਰਾਹਮਣ, ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਦਾ ਪ੍ਰਕਾਸ਼ ਕੱਤਕ 'ਚ ਨਹੀਂ ਹੋਣਾ ਚਾਹੀਦਾ ਬਿਕਾਜ਼ ਅਪਸਗਨ ਹੈ। ਸੋ ਅਪਸਗਨ ਹੋਣ ਕਰਕੇ ਕਹਿੰਦੇ ਵੀ ਆਪਾਂ ਨੂੰ ਬਦਲਣਾ ਚਾਹੀਦਾ, ਕਿਉਂਕਿ ਹਿੰਦੂ ਮਤ ਦੇ ਵਿੱਚ ਕੱਤਕ ਦਾ ਮਹੀਨੇ ਦੇ ਵਿੱਚ ਬੱਚਾ ਤਾਂ ਛੱਡੋ, ਜੇ ਕੋਈ ਗਾਂ ਵੀ ਸੂੰਦੀ ਆ ਨਾ ਕੋਈ ਬੱਚੇ ਨੂੰ, ਉਹਨੂੰ ਚੱਕ ਕੇ ਛੱਡ ਦਿੰਦੇ ਆ ਬੱਚੇ ਨੂੰ। ਕਹਿੰਦੇ ਕੱਤਕ ਦੇ ਮਹੀਨੇ 'ਚ ਜੰਮਿਆ ਮਾੜੀ ਚੀਜ਼ ਹੈ, ਇਹ ਇਨਆਸਪੀਸ਼ੀਅਸ ਹੈ। ਸੋ ਇਸ ਕਰਕੇ ਉਹ ਜਿਹੜੇ ਬਹੁਤ ਮਾੜਾ ਮੰਨਦੇ ਨੇ। ਸੋ ਕਹਿੰਦੇ ਗੁਰੂ ਨਾਨਕ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਵੀ ਟਰਾਈ ਟੂ ਇੰਪਰੂਵ ਇਟ, ਪੁੱਟ ਇਟ ਟੂ ਵਸਾਖ ਵਾਈ, ਬਿਕਾਜ਼ ਉਦੋਂ ਵਿਸ਼ਨੂੰ ਦੀ ਪੂਜਾ ਹੁੰਦੀ ਹੈ। ਐਂਡ ਦ ਬ੍ਰਾਹਮਣ ਵਾਸ ਟ੍ਰਾਈਂਗ ਟੂ ਪ੍ਰੂਵ ਦੈਟ ਗੁਰੂ ਨਾਨਕ ਇਜ਼ ਦ ਰੀਇਨਕਾਰਨੇਸ਼ਨ ਆਫ ਵਿਸ਼ਨੂੰ, ਨਾਟ ਗੋਡ, ਪਰਮਾਤਮਾ। ਸੋ ਦੈਟਸ ਦ ਡਿਫਰੈਂਸ। ਸੋ ਉਹਨਾਂ ਨੇ ਡੀਗ੍ਰੇਡ ਕੀਤਾ ਗੁਰੂ ਨੂੰ, ਤੇ ਫਿਰ ਉਹਨਾਂ ਨੇ ਉਹਦੇ ਵਿੱਚ ਕਿੰਨੀਆਂ ਹੋਰ ਗੱਲਾਂ ਲਿਖ ਦਿੱਤੀਆਂ। ਗੁਰੂ ਨਾਨਕ ਜਨਕ ਦਾ ਅਵਤਾਰ, ਰਾਜਾ ਜਨਕ ਸੀਤਾ ਦਾ ਪਿਓ, ਉਹਦਾ ਅਵਤਾਰ ਆ ਹੈ। ਕਬੀਰ ਗੁਰੂ ਸੀਗਾ ਗੁਰੂ ਨਾਨਕ ਦੇਵ ਜੀ ਦਾ, ਤੇ ਗੁਰੂ ਨਾਨਕ ਦਾ ਜਨਮ ਜਿਹੜਾ ਹੈ ਉੱਥੇ ਉੱਥੇ ਨਹੀਂ ਹੋਇਆ, ਨਨਕਾਣਾ ਸਾਹਿਬ ਕਹਿੰਦੇ ਉੱਥੇ ਹੋਇਆ, ਚਾਹਲ ਉਹਨਾਂ ਦੇ ਜਿਹੜਾ ਉੱਥੇ। ਸੋ ਇਸਿਆਂ ਜਿਹੜੀਆਂ ਨਾ ਭੈੜੀਆਂ ਗੱਲਾਂ ਗੁਰੂ ਨਾਨਕ ਨੂੰ ਨੀਵਾਂ ਦਿਖਾਉਣ ਵਾਸਤੇ ਉਹਨਾਂ ਨੇ ਬਹੁਤ ਕੀਤੀਆਂ। ਹਾਂਜੀ, ਸੋ ਇਹ ਇੱਥੋਂ ਜਿਹੜਾ ਨਾ ਇੱਥੇ ਜਿਹੜਾ ਵਿਸਾਖ ਇਹਨੇ ਲਿਖਿਆ, ਹੀ ਵਾਸ ਦ ਫਰਸਟ ਵਨ ਟੂ ਐਵਰ ਮੈਂਸ਼ਨ ਵਿਸਾਖ ਐਸ ਗੁਰੂ ਨਾਨਕ ਦੇਵ ਜੀ ਪ੍ਰਕਾਸ਼। none before, this was the first one, but we have like ਆਪਾਂ ਅਲੀਆ ਆਪਾਂ ਵਿਚਾਰ ਕੀਤੀ, ਆਪਣੇ ਕੋਲ ਕਿੰਨੇ ਐਵੀਡੈਂਸ ਪਹਿਲਾਂ ਵੀ ਹੈਗੇ। ਹਾਂਜੀ, and the most important thing, Prithi Chand was called a Meena. He was excommunicated by Guru Ramdas ji. ਉਹਨਾਂ ਨੂੰ ਸ਼ੇਕ ਦਿੱਤਾ ਸੀ ਗੁਰੂ ਰਾਮਦਾਸ ਨੇ, ਤੇ ਮਹਾਰਾਜ ਨੇ ਹੁਕਮ ਕੀਤਾ ਸੀ ਸਿੱਖਾਂ ਨੂੰ ਇਹਨੂੰ ਮੂੰਹ ਨਹੀਂ ਲਾਉਣਾ, ਇਹਦੇ ਨਾਲ ਕੋਈ ਸਾਂਝ ਨਹੀਂ ਕਰਨੀ, ਇਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਮੀਨਾ ਮੀਨਸ ਕਾਉਂਟਰਲ, ਜਿਹੜਾ ਬੰਦਾ ਅੰਦਰੋਂ ਕੁਝ ਹੋਵੇ ਬਾਹਰ ਕੁਝ ਹੋਰ ਹੋਵੇ, ਸੋ ਉਹਨੂੰ ਆਪਾਂ ਮੀਨਾ ਕਹਿੰਦੇ ਆ। ਸੋ ਇਹ ਮੀਨਿਆਂ ਦੀ ਜਿਹੜੀ ਪਰੰਪਰਾ ਹੈ ਹਮੇਸ਼ਾ ਗੁਰੂ ਘਰ ਦੇ ਅਗੇਂਸਟ ਚੱਲੀ ਹੈ। ਤੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਅੰਮ੍ਰਿਤ ਛਕਾਇਆ 1699 ਦੇ ਵਿੱਚ ਵਿਸਾਖੀ ਨੂੰ, ਮਹਾਰਾਜ ਨੇ ਖਾਸ ਕਰਕੇ ਮੀਨਿਆਂ ਦੇ ਬਾਰੇ ਕਿਹਾ ਕਿ ਮੇਰੇ ਸਿੱਖ ਇਹਨਾਂ ਨਾਲ ਨਹੀਂ ਵਰਤਣਗੇ, ਪਰ ਜੇ ਇਹ ਅੰਮ੍ਰਿਤ ਛਕ ਲੈਣ, ਗੁਰੂ ਦੀ ਮਰਿਆਦਾ ਨੂੰ ਫੋਲੋ ਕਰਨ, ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਣ, ਫਿਰ ਇਹਨਾਂ ਨਾਲ ਆਪਾਂ ਰਿਸ਼ਤਾ ਰੱਖ ਸਕਦੇ ਹਾਂ, ਨਹੀਂ ਤਾਂ ਨਹੀਂ ਰੱਖ ਸਕਦੇ। ਅੱਜ ਤੱਕ ਵੀ ਆਪਾਂ ਅੰਮ੍ਰਿਤ ਛਕਾਉਂਦੇ ਆ, ਅੰਮ੍ਰਿਤ ਸੰਚਾਰ 'ਚ ਇਹ ਗੱਲ ਕਹੀ ਜਾਂਦੀ ਆ ਵੀ ਨਹੀਂ ਰੋਟੀ ਬੇਟੀ ਦੀ ਸਾਂਝ ਕਰਨੀ, ਇਹਨਾਂ ਨਾਲ ਨਹੀਂ ਵਰਤਣਾ। ਸੋ ਮੀਨਿਆਂ ਦੀ ਗੱਲ ਫਿਰ ਆਪਾਂ ਕਿਵੇਂ ਮੰਨ ਸਕਦੇ ਹਾਂ ਜੀ? ਮੈਨੂੰ ਦੱਸੋ ਤੁਸੀਂ ਕਿਵੇਂ ਮੰਨੀਏ? ਨਹੀਂ ਮੰਨੀਦਾ। ਠੀਕ ਹੈ, ਵੈਰੀ ਸਿੰਪਲ ਹੈ ਉਹ, ਕਿਉਂਕਿ ਆਪਾਂ ਉਹ ਰੈਫਰੈਂਸ ਦੇਖਣਾ ਕੌਣ ਕਹਿ ਰਿਹਾ। I think it's very clear that the Guru's lineage has a very clear role into this making of deception to the Sangat. Okay, next question, Virji. Why there are so many literatures written referencing Vasak as the actual date, right, and published into universities, into our education lines, Virji? Why is that in place today? I think when we did some research on this, we found out that Karam Singh historian, he was a historian during the British Raj. So, see, he's the first one to actually bring back the Meherban's Janam Sakhi to today's time, to bridge that Janam Sakhi to today's time. So, what Karam Singh historian did, he was brought over by the British. He was speaking the British language, and British, divide and rule. They want Sikhs to fight among themselves, to keep on have arguments between them. So they actually ਉਹਨਾਂ ਨੇ ਕਰਮ ਸਿੰਘ ਹਿਸਟੋਰੀਅਨ ਨੂੰ ਵਰਤਿਆ ਹੈ ਇਹ ਸਾਰਾ ਇਨਸਟਰੂਮੈਂਟ ਕਰਨ ਵਾਸਤੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵਿਸਾਖ 'ਚ ਹੋਇਆ। ਉਹਨੇ ਆਪ ਵੀ ਆਪਣੀ ਕਿਤਾਬ 'ਚ ਲਿਖਿਆ ਹੈ ਗੱਤਕ ਇਸ ਅਪਸ਼ਗਨ। ਦੇਖੋ ਇੱਕ ਪ੍ਰੋਫੈਸਰ ਹੁੰਦਾ ਹੋਇਆ
ਉਹ ਇਹ ਵਹਿਮ ਵੀ ਉਹਨੇ ਲਿਖ ਦਿੱਤਾ ਆਪਣੀ ਕਿਤਾਬ ਵਿੱਚ ਵੀ ਗੁਰੂ ਨਾਨਕ ਦਾ ਪ੍ਰਕਾਸ਼ ਨਹੀਂ ਹੋ ਸਕਦਾ ਬਿਕੋਜ਼ ਇਨ ਆਸਪੀਸ਼ੀਅਸ ਆ ਹੋ ਹੀ ਨਹੀਂ ਸਕਦਾ। ਓਕੇ, ਇਹ ਹਾਸੇ ਦੀ ਗੱਲ ਆ। ਤੇ ਦੇਖੋ ਉਹਨੇ ਕੀ ਕੀਤਾ ਨਾ, ਉਸ ਤੋਂ ਬਾਅਦ ਉਹਨੇ ਉਹ ਕਿਤਾਬ ਲਿਖ ਕੇ ਐਂਡ ਦੈਨ ਦਿਸ ਕਿਤਾਬ ਐਕਚੁਅਲੀ ਵਾਸ ਟੇਕਨ ਐਸ ਅ ਰੈਫਰੈਂਸ ਬਾय all the universities and it became a prominent reference because the universities were run by the British, was established during the British time. So ਉਹਨਾਂ ਨੇ ਜਾਣ ਬੁੱਝ ਕੇ ਹਰ ਇੱਕ ਕਿਤਾਬ ਵਿੱਚ ਵਿਸਾਖ ਲਿਖ ਦਿੱਤਾ, cited everywhere, cited, yeah. So ਇਹ ਸਾਰਾ ਜਿਹੜਾ ਕਾਰਜ ਸੀਗਾ ਇਹ ਬ੍ਰਿਟਿਸ਼ ਰਾਜ ਤੋਂ ਸ਼ੁਰੂ ਹੋਇਆ, ਬਟ ਵੀ ਆਰ ਕੈਰਿੰਗ ਆਨ ਅੰਟਿਲ ਟੁਡੇ, ਆਪਾਂ ਉਹਨੂੰ ਕੈਰੀ ਆਨ ਕਰ ਰਹੇ ਹਾਂ। ਹੁਣ ਦੇਖੋ ਜਿੰਨੇ ਤੁਸੀਂ ਪੜ੍ਹ ਕੇ ਦੇਖੋ ਨਾ, ਪ੍ਰੋਫੈਸਰ ਸਤਬੀਰ ਸਿੰਘ ਹੋਇਆ, ਪ੍ਰਿੰਸੀਪਲ ਸਤਬੀਰ ਸਿੰਘ, ਜਿੰਨੇ ਵੀ ਹੋਏ ਆ ਪ੍ਰੋਫੈਸਰ ਜਿਹੜੇ ਨੇ, ਉਹ ਹਮੇਸ਼ਾ ਕਿਹਦਾ ਰੈਫਰੈਂਸ ਬਾय ਟਰੰਪ ਦਾ ਵਰਤਦੇ ਨੇ, ਮੈਕੌਲਿਫ ਦਾ ਵਰਤਦੇ ਨੇ। ਅਸਲ ਵਿੱਚ ਆਪਾਂ ਨੂੰ ਅੰਗਰੇਜ਼ਾਂ ਦਾ ਜਾਂ ਜਰਮਨ ਵਾਲਿਆਂ ਦਾ ਰੈਫਰੈਂਸ ਵਰਤਣ ਦੀ ਕੀ ਲੋੜ ਆ? ਆਰ ਵੀ ਗੋਇੰ ਟੂ ਲਰਨ ਸਿੱਖੀ ਫਰਮ them? Yeah. We should not be reading their materials. We should not be referencing to their material. ਆਪਣੇ ਕਿੰਨੇ ਮਟੀਰੀਅਲ ਆਪਣੇ ਜਿਹੜੇ ਮੈਨੂਸਕ੍ਰਿਪਟਸ ਨੇ, ਹਾਰ ਹੈਂਡ ਰਿਟਨ ਆ, ਗੁਰੂ ਮਹਾਰਾਜ ਦੇ ਸਮੇਂ ਦੇ ਨੇ, ਆਪਾਂ ਉਹਨਾਂ ਨੂੰ ਛੱਡ ਕੇ ਅੰਗਰੇਜ਼ਾਂ ਦੇ ਲੈ ਰਹੇ ਹਾਂ। This is something that, you know, I don't know. we should stay away. Yeah. And Virji, you know, if would you mind sharing a bit more about, you know, how did Bhai Gurdas ji you know, shared his thoughts about Menes or, you know, Priti Chand or others who reference Guru Nanak Dev Ji's Prakash Diyara in Vaisakh? You see, first of all, we have to now understand what is the significance or the position of this lineage of the Guru. Okay, ਹੁਣ ਬੇਦੀ ਹੋਇਆ, ਬੇਦੀ ਗੁਰੂ ਨਾਨਕ ਮਹਾਰਾਜ ਦੇ। ਹੁਣ ਭਾਈ ਗੁਰਦਾਸ ਜੀ ਰਾਈਟਸ ਇਨ ਇਸ ਵਾਰ 26 ਪੌੜੀ ਜਿਹੜੀ ਸੀਗੀ 33, ਉਹਦੇ ਵਿੱਚ ਉਹ ਲਿਖਦੇ ਨੇ, ਉਹ ਕਹਿੰਦੇ ਬਾਲ ਜਤੀ ਹੈ ਸ੍ਰੀ ਚੰਦ ਬਾਬਾ ਨੇ ਦੇਹੋਰਾ ਬਣਾਇਆ। ਕਹਿੰਦੇ ਉਹਨੇ ਗੁਰੂ ਅੰਗਦ ਦੇਵ ਜੀ ਨੂੰ ਨਹੀਂ ਮੰਨਿਆ, ਉਹਨੇ ਗੁਰੂ ਨਾਨਕ ਦਾ ਬਚਨ ਨਹੀਂ ਮੰਨਿਆ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦਾ ਰੂਪ ਨਹੀਂ ਮੰਨਿਆ, ਉਹਨਾਂ ਨੇ ਦੇਹਰਾ ਬਣਾ ਕੇ ਪੂਜਾ ਸ਼ੁਰੂ ਕੀਤੀ। ਫਿਰ ਦੂਜਾ ਦੱਸਦੇ ਨੇ ਨਾ, ਲਖਮੀ ਦਾਸ ਧਰਮਚੰਦ, ਲਖਮੀ ਦਾਸ ਦਾ ਪੁੱਤਰ ਧਰਮਚੰਦ ਹੋਇਆ। ਧਰਮਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਿਲੇ ਸਿੱਖਾਂ ਦੇ ਨਾਲ, ਤੇ ਧਰਮਚੰਦ ਨੇ ਸਾਰੀ ਸਾਖੀ ਸੁਣਾਈ। ਸਾਖੀ ਸੁਣਾ ਕੇ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਪੈਸੇ ਦਿਓ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਉੱਚੇ ਥਾਂ ਤੇ ਬੈਠਾ, ਉਹ ਕਹਿੰਦੇ ਸੀ ਮੈਂ ਗੁਰੂ ਹਾਂ, ਤੂੰ ਮੇਰਾ ਚੇਲਾ। ਗੁਰੂ ਹਰਗੋਬਿੰਦ ਸਾਹਿਬ ਜਦੋਂ ਇਹ ਗੱਲ ਕਹੀ, ਸਿੱਖਾਂ ਨੂੰ ਗੁੱਸਾ ਚੜ ਗਿਆ, ਸਿੱਖ ਨੂੰ ਮਾਰਨ ਲੱਗੇ ਸੀ। ਮਹਾਰਾਜ ਨੇ ਹਟਾਤਾ ਵੀ ਨਾ ਕਰੋ। ਮਹਾਰਾਜ ਨੇ ਮੇਹਰ ਚੰਦ ਤੇ ਮਾਨਕ ਚੰਦ ਦੋ ਪੁੱਤਰ ਸੀਗੇ ਇਹ ਧਰਮਚੰਦ ਦੇ, ਉਹਨਾਂ ਨੂੰ ਮਹਾਰਾਜ ਨੇ ਸੋਨੇ ਦੇ ਕੜੇ ਦਿੱਤੇ ਤੇ ਧਰਮਚੰਦ ਨੂੰ 500 ਰੁਪਈਆ ਦਿੱਤਾ। ਓਕੇ, ਮਹਾਰਾਜ ਨੇ ਸਤਿਕਾਰ ਕੀਤਾ, ਪਰ ਉਹਨੇ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ, ਉਹ ਉੱਚਾ ਹੋ ਕੇ ਬੈਠਾ ਰਿਹਾ। ਕਹਿੰਦੇ ਪੋਤਾ ਹੋਈ ਕੇ ਆਪ ਗਨਾਇਆ, ਕਹਿੰਦੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਂਦਾ ਸੀਗਾ। ਓਕੇ, ਅੱਜ ਤੱਕ ਵੀ ਇਹੀ ਹੈ, ਉਹਨਾਂ ਦੇ ਕੁਲ ਵਿੱਚ ਇਹੀ ਕੁਝ ਚੱਲਦਾ ਹੁੰਦਾ। ਓਕੇ, ਦੂਜਾ ਕਹਿੰਦੇ ਹੁਣ ਜੇ ਆਪਾਂ ਚਲੀਏ ਨਾ, ਕਹਿੰਦੇ ਇਸੇ ਤਰ੍ਹਾਂ ਹੀ ਸਾਰਿਆਂ ਦਾ ਇਹ ਹੋਇਆ, ਤੇ ਇਹਦੇ ਵਿੱਚ ਦੱਸਦੇ ਨਾ ਮੀਣਾ ਹੋਏ ਪ੍ਰਿਥੀਆ। ਦੇਖੋ ਮੀਣਾ ਸ਼ਬਦ ਉਹਦੇ ਬਾਰੇ ਦੱਸਿਆ, ਕਹਿੰਦੇ ਹੋਈ ਪ੍ਰਿਥੀਆ ਕਰ ਕਰ ਤੋਡਕ ਬਰਲ ਚਲਾਇਆ। ਕਹਿਣ ਲੱਗੇ ਉਹ ਝੂਠੀਆਂ ਗੱਲਾਂ ਕਰਕੇ ਉਹ ਬਕਵਾਸ ਕਰਦਾ ਸੀਗਾ ਤੇ ਆਪਣੇ ਆਪ ਨੂੰ ਗੁਰੂ ਮਨਾਉਂਦਾ ਸੀਗਾ। ਹੁਣ ਦੇਖੋ, ਜੇ ਗੁਰੂ ਮਹਾਰਾਜ ਦੀ ਜਿਹੜੀ ਲੀਨੀਏਜ ਹੈ ਨਾ, ਇਹਨਾਂ ਦੇ ਵਿੱਚ ਸਿਗਨੀਫੀਕੈਂਟ ਹੈ ਨਹੀਂ, ਬਿਕੋਜ਼ ਗੁਰਤਾ ਗੱਦੀ ਅੱਗੇ ਮਹਾਰਾਜ ਨੇ ਆਪਣੇ ਸੇਵਕ ਨੂੰ ਦੇਖ ਕੇ ਉਹਨੂੰ ਗੁਰੂ ਬਣਾਇਆ, ਆਪਣਾ ਰੂਪ ਬਣਾਇਆ। ਸੋ ਸਿੱਖਾਂ ਦੇ ਵਿੱਚ ਸਿਰਫ ਗੁਰੂ ਨੂੰ ਹੀ ਗੁਰੂ ਮੰਨਣਾ ਠੀਕ ਹੈ, ਉਹਨਾਂ ਦੀ ਜਨਰੇਸ਼ਨ ਪਿੱਛੇ ਜਾਣਾ ਉਹ ਠੀਕ ਨਹੀਂ ਹੈ। ਆਪਾਂ ਉਹ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਾ ਕੀਤਾ ਕੀ ਆ, ਉਹ ਮਾਨ ਵਿੱਚ ਬੈਠੇ ਨੇ ਵੀ ਸਾਡਾ ਪਿਤਾ, ਸਾਡਾ ਦਾਦਾ, ਸਾਡਾ ਪਰਦਾਦਾ ਉਹ ਗੁਰੂ ਸੀ, ਪਰ ਜੋ ਗੁਰੂ ਦਾ ਉਪਦੇਸ਼ ਆ ਉਹ ਨਹੀਂ ਕਮਾਇਆ, ਕਿਉਂਕਿ ਸਿੱਖੀ ਵਿੱਚ ਉਪਦੇਸ਼ ਕਮਾਉਣਾ ਜ਼ਰੂਰੀ ਹੈ, ਜੋ ਗੁਰੂ ਨੇ ਕਿਹਾ ਉਹ ਮਨਾਉਣਾ ਜ਼ਰੂਰੀ ਹੈ। ਹਾਂਜੀ, ਸੋ ਇਹ ਤਾਂ ਉਹਨਾਂ ਦੀ ਗੱਲ ਹੋਈ ਵੀ ਉਹਨਾਂ ਦਾ ਐਸਾ ਹੋਇਆ। ਹੁਣ ਭਾਈ ਗੁਰਦਾਸ ਬਾਰੇ ਆਪ ਜੀ ਨੇ ਕਿਹਾ ਸੀ ਵੀ ਭਾਈ ਗੁਰਦਾਸ ਦੇ ਬਾਰੇ ਨਾ ਇੱਥੇ ਥੋੜਾ ਕੰਫਿਊਜ਼ਨ ਪਾਉਂਦੇ ਨੇ ਜਿਹੜੇ ਲੋਕ, ਕਹਿੰਦੇ ਨਾ ਵਿਸਾਖ ਦੇ ਵਿੱਚ ਉਹ ਆਪਣੇ ਇਹ ਸ਼ਬਦ ਵਰਤਦੇ ਨੇ ਆਪਣੇ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਪਹਿਲੀ ਵਾਰ ਤੋਂ, ਕਿ ਜਿਵੇਂ ਆਪਾਂ ਆਉਂਦਾ ਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਓਕੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ। ਓਕੇ, ਹੁਣ ਉੱਥੇ ਇੱਕ ਅਗਲੀ ਲਾਈਨ ਆਉਂਦੀ ਹੈ ਨਾ, ਘਰ ਘਰ ਅੰਦਰ ਧਰਮਸਾਲ। ਓਕੇ, ਹੁਣ ਅਗਲਾ ਆਉਂਦਾ ਹੈ ਹੋਵੇ ਕੀਰਤਨ ਸਦਾ ਵਿਸੋਆ। ਉਹ ਵਿਸੋਆ ਸ਼ਬਦ ਵਰਤ ਕੇ ਕਹਿੰਦੇ ਇੱਥੇ ਵਿਸਾਖ ਲਿਖਿਆ। ਓਕੇ, ਹੁਣ ਤੁਸੀਂ ਮੈਨੂੰ ਦੱਸੋ, ਓਕੇ ਸਿੰਪਲ ਪੰਜਾਬੀ ਹੈ ਜੀ, ਭਾਈ ਗੁਰਦਾਸ ਦੀ ਵਾਰਾਂ ਪੰਜਾਬੀ ਚ ਨਾ, ਮੈਨੂੰ ਦੱਸੋ ਘਰ ਘਰ ਅੰਦਰ ਧਰਮਸਾਲ ਤੁਸੀਂ ਕੀ ਅਰਥ ਕਰੋਗੇ?
ਸਾਰੇ ਪਾਸੇ ਧਰਮਸਾਲ ਬਣਨਾ ਚਾਹੀਦਾ ਹੈ। ਹਾਂ, ਮਤਲਬ ਕਿ ਹਰ ਇੱਕ ਘਰ ਦੇ ਵਿੱਚ, ਹਾਂਜੀ ਹੈ ਨਾ, ਜਿਵੇਂ ਕਹਿੰਦੇ ਚੈਰਿਟੀ ਸਟਾਰਟ ਫਰਮ ਹੋਮ ਐਂਡ ਆਲ ਦੈਟ, ਸੋ ਉਵੇਂ ਹੀ ਹੈ ਨਾ, ਸੋ ਘਰ ਘਰ ਅੰਦਰ ਧਰਮਸ਼ਾਲਾ। ਓਕੇ, ਹੁਣ ਦੂਜੀ ਲਾਈਨ ਦਾ ਅਰਥ ਕਰਕੇ ਦੱਸੋ, ਹੋਵੇ ਕੀਰਤਨ ਸਦਾ ਵਿਸ਼ਵਾ। ਦਿਸ ਵਨ ਟਫ ਵੀਰ ਜੀ। ਓਕੇ, ਉਹਦੇ ਵਿੱਚ ਇਹ ਆਉਂਦਾ ਹੋਵੇ ਕੀਰਤਨ, ਓਕੇ ਸਿੰਪਲ ਨਾ, ਕੀਰਤਨ ਹੁੰਦਾ ਸਦਾ ਵਿਸ਼ਵਾ, ਸਦਾ ਹੀ ਉੱਥੇ ਵਿਸਾਖੀ ਲੱਗੀ ਰਹਿੰਦੀ ਆ। ਜੇ ਪਹਿਲਾ ਅਰਥ ਵਿਸਾਖੀ ਲਈਏ, ਹੋਵੇ ਕੀਰਤਨ ਸਦਾ ਵਿਸ਼ਵਾ, ਸਦਾ ਹੀ ਵਿਸਾਖੀ ਰਹਿੰਦੀ, ਮਤਲਬ ਕੀਰਤਨ ਸੇ ਵਿਸਾਖੀ 'ਚ ਹੁੰਦਾ, ਵਿਸਾਖ 'ਚ ਹੋਏਗਾ, ਹੋਰ ਕਿਸੇ ਤੋਂ ਅੱਗੇ ਪਿੱਛੇ ਨਹੀਂ ਹੋਊਗਾ, ਨਹੀਂ ਹਮੇਸ਼ਾ ਹੋਣਾ ਚਾਹੀਦਾ। ਹਾਂਜੀ, ਤੇ ਇਹਦਾ ਅਰਥ ਵਿਸਾਖ ਕਿਵੇਂ ਲਾ ਲਈਏ? ਗਲਤ ਹੈ ਨਾ, ਵੀ ਸੋਆ ਵਿੱਚ ਵਸਦਾ ਹੈ ਨਾ, ਉੱਥੇ ਵਸਦਾ ਹੈ, ਉੱਥੇ ਕੀ ਰਿਸਾਈਡ ਕਰ ਰਿਹਾ ਹੈ ਪਰਮਾਤਮਾ ਦਾ ਪ੍ਰੇਸ਼, ਪਰਮਾਤਮਾ ਦੀ ਕੀਰਤੀ, ਇਹ ਅਰਥ ਬਣਦਾ ਹੈ। ਇਹ ਅਰਥ ਇਹਨੂੰ ਵਿਸ਼ਵਾ ਬਣਾ ਕੇ ਬੈਠੇ ਹੋ। ਮੈਂ ਕੀ ਦੱਸਾਂ ਜੀ ਇਹਨਾਂ ਦਾ, ਹੈ ਸਿੱਧੀ ਜੀ ਗੱਲ ਆ, ਪੰਜਾਬੀ ਨਹੀਂ ਜੇ ਸਮਝ ਆਉਂਦੀ ਫਿਰ ਕੀ ਕੀਤਾ ਜਾਵੇ। ਹਾਂਜੀ, ਓਕੇ। ਤੇ ਭਾਈ ਗੁਰਦਾਸ ਨੇ ਆਪਣੀ ਕਵਿਤ ਜਿਹੜਾ ਸੀ ਨਾ ਉਹਨਾਂ ਨੇ ਆਪਣਾ ਜਿਹੜਾ ਕਵਿਤ ਸੀ 345 ਦੇ ਵਿੱਚ ਦਾ ਕਵਿਤ, ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਲਿਖ ਦਿੱਤਾ, ਕਹਿੰਦੇ ਕਾਰਤਕ ਮਾਸ ਰੁੱਤ ਸਰਦ ਪੂਰਨਮਾਸੀ, ਕਹਿੰਦੇ ਕੱਤਕ ਦਾ ਮਹੀਨਾ ਹੈ, ਫਿਰ ਦੂਜਾ ਕੱਤਕ ਮਾਸ ਮੀਨਸ ਮਹੀਨਾ, ਰੁੱਤ ਸਰਦ ਵਿੰਟਰ, ਰੁੱਤ ਸੀ ਸੀਜ਼ਨ ਸੀ ਵਿੰਟਰ, ਅੱਗੇ ਹੋ ਗਿਆ ਪੂਰਨਮਾਸੀ, ਦਿਨ ਕਿਹੜਾ ਸੀ? ਪੂਰਨਮਾਸੀ, ਫੁੱਲ ਮੂਨ। ਤੇ ਉਹ ਲਿਖਦੇ ਨੇ 8 ਜਾਮ, ਇੱਕ ਦਿਨ ਦੇ ਵਿੱਚ 8 ਜਾਮ ਹੁੰਦੇ ਨੇ ਨਾ, ਤਾਂ ਕਿ ਫਿਰ 3 ਘੰਟੇ ਇੱਕ ਜਾਮ ਦੇ, ਇੱਕ ਪਹਿਰ ਦੇ, ਸੋ ਕਹਿੰਦੇ 60 ਘੜੀਆਂ ਹੁੰਦੀਆਂ ਨੇ। ਫਿਰ ਕਹਿੰਦੇ ਅੱਜ ਤੇਰੀ ਬਾਰੀ ਹੈ, ਕਹਿੰਦੇ ਹੇ ਪਰਮਾਤਮਾ ਅੱਜ ਜਿਹੜਾ ਤੂੰ ਟਾਈਮ ਸਿਸਟਮ ਬਣਾਇਆ ਨਾ ਦੁਨੀਆ ਦਾ, ਇਹ ਦੁਨੀਆ ਜਿਹੜੀ ਬਣਾਈ ਹੈ, ਇਹਦੇ ਵਿੱਚ ਤੁਹਾਨੂੰ ਵੀ ਆਉਣਾ ਪੈ ਗਿਆ, ਅੱਜ ਤੁਹਾਡੀ ਵਾਰੀ ਹੈ ਇੱਥੇ ਗੁਰੂ ਨਾਨਕ ਬਣ ਕੇ ਧਰਤੀ ਤੇ ਆਉਣਾ। ਦਿਸ ਇਜ਼ ਵੈਰੀ ਕਲੀਅਰ। ਭਾਈ ਗੁਰਦਾਸ ਨੇ ਕੱਤਕ ਹੀ ਲਿਖਿਆ। ਅੱਛਾ, ਯਾ ਵੈਰੀ ਕਲੀਅਰ। ਓਕੇ, ਸੋ ਵੀਰ ਜੀ, the formation of the deception I think becomes very clear if it comes from the lineage, and then the literature is being used referencing on a medium which is cited wrongly, right? And then this knowledge is being spread across the world, and then if someone like me come across this article, and then we start reading about it, we feel that hey, become very confused. But today you made it very simple and easy to understand. Karna apa sikhanu kera reference apa nu lona chahiye hai, and then it's clearly articulated, right? When was the actual Prakash Diyara of Guru Nanak Dev Ji? So Virji, I want to get your opinion about moving forward, right? I mean, celebrating Vasak, sangat hundi hai, so I think it's very good, hai na? Sangat jithe sangat hundi, it's very good. But how do we universally get people on the same page that to get them to avoid the deception, and then educate them that Kathak is the right man, and not Vasak? See, the thing is first of all, I mean, through experience, see, people like to hear what they want to hear. See, the concept of people, if you are always been hearing about Kathak, suddenly someone comes and tells you Vasak, your attention goes to that. Hey, was it wrong now? It becomes an activity, something to argue about, something to talk about. You see, now we are Sikhs. See, we are Sikhs, we are educated. Because Guru Maharaj ne, Guru Nanak Maharaj ne ਸਮੇਂ ਦੇ ਵਿੱਚ ਮਹਾਰਾਜ ਨੇ ਗੁਰਸਿੱਖਾਂ ਨੂੰ ਗੁਰਮੁਖੀ ਅੱਖਰ ਸਿਖਾਏ ਜਿਹੜੇ ਮਹਾਰਾਜ ਨੇ ਬਣਾਏ। ਤੇ ਇਹ ਪਰੰਪਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਗਈ, ਜਿੱਥੇ ਗੁਰੂ ਮਹਾਰਾਜ ਦੇ ਸਿੱਖ ਬਹੁਤ ਜ਼ਿਆਦਾ ਐਡੂਕੇਟਡ ਸੀਗੇ। ਲੋਕ ਡਰਦੇ ਹੁੰਦੇ ਸੀ ਸਿੱਖਾਂ ਤੋਂ, ਬਿਕਾਜ਼ ਕੋਈ ਵੀ ਸਵਾਲ ਪੁੱਛ ਲਓ ਉਹਨਾਂ ਨੂੰ, ਵੇਦਾਂ ਦਾ ਪੁੱਛ ਲਓ, ਸਿਮਰਤੀਆਂ ਦਾ ਪੁੱਛ ਲਓ, ਪੁਰਾਣਾਂ ਦਾ ਪੁੱਛ ਲਓ, ਕੋਈ ਮਰਜ਼ੀ ਉਹਨਾਂ ਨੂੰ ਸਵਾਲ ਕਰ ਲਓ, ਦੇ ਵਿਲ ਨੋ ਹਾਊ ਟੂ ਆਨਸਰ। ਇੱਥੋਂ ਤੱਕ ਸਿੱਖਾਂ ਨੇ ਕਿੰਨੇ ਸੰਸਕ੍ਰਿਤ ਦੇ ਗ੍ਰੰਥ ਉਹਨਾਂ ਨੇ ਜਿਹੜੇ ਸੀਗੇ ਉਹਨਾਂ ਨੇ ਟ੍ਰਾਂਸਲੇਟ ਕੀਤੇ ਭਾਖਾ ਕੇ, ਬਹੁਤ ਵਿਦਵਾਨ ਸੀਗੇ। ਐਂਡ ਦਿਸ ਇਜ਼ ਦ ਪ੍ਰੂਫ, ਅੰਟਿਲ ਟੂਡੇ ਵੀ ਹੈਵ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਮੈਨੂਸਕ੍ਰਿਪਟਸ which are written in Guru's time and after, ਬਹੁਤ ਆਪਾਂ ਨੂੰ ਮਿਲਦੀਆਂ ਨੇ। ਇੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਉਹਨਾਂ ਨੇ ਇਹ ਜਿਹੜੀਆਂ ਮੈਨੂਸਕ੍ਰਿਪਟਸ ਦੀ ਫ੍ਰੀ ਬਾਈਂਡਿੰਗ ਕਰਾਈ। ਜਿਹਦੇ ਕੋਲ ਵੀ ਕੋਈ ਮੈਨੂਸਕ੍ਰਿਪਟ ਹੁੰਦੀ ਸੀ ਉਹਨਾਂ ਨੂੰ ਅਲਾਉਮ ਦਿੱਤਾ ਜਾਂਦਾ ਸੀ, ਤੇ ਜਿਹਦੇ ਕੋਲ ਸਰੂਪ ਹੋਵੇ ਵਿੱਚ ਗੁਰੂ ਮਹਾਰਾਜ ਦੀ ਸਿਗਨੇਚਰ, ਖਾਸ ਪੱਤਰ ਜਿਹੜਾ ਹੁੰਦਾ ਸੀਗਾ ਮਹਾਰਾਜ ਦਾ ਸਿਗਨੇਚਰ ਹੁੰਦਾ ਸੀ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾਂਦੀਆਂ ਸੀ ਵੀ ਇਹਨਾਂ ਦਾ ਸਰੂਪ ਦੀ ਸੇਵਾ ਕਰੋ।
ਦੇਖੋ ਇਹ ਜਿਹੜੀ ਚੀਜ਼ ਸੀਗੀ ਨਾ ਇਹ ਆਪਣੇ ਵਿੱਚ ਪਹਿਲਾਂ ਤੋਂ ਚੱਲਦੀ ਆ। ਦੈਟਸ ਵਾਈ ਸਿੱਖਸ ਡਿਡ ਨਾਟ ਗੋ ਲਾਈਕ ਬ੍ਰਾਹਮਣ ਨੋ ਜਿਹੜੇ ਹਿੰਦੂ ਲੋਕ ਹਨ ਉਹ ਬ੍ਰਾਹਮਣ ਕੋਲ ਜਾ ਕੇ ਪੜ੍ਹਦੇ ਆ। ਬ੍ਰਾਹਮਣ ਨਾ ਪੜਾਵੇ ਤੂੰ ਕੁਛ ਨਹੀਂ ਕਰ ਸਕਦਾ। ਸਿੱਖ ਹਰ ਕੋਈ ਇੱਕ ਦੂਜੇ ਨੂੰ ਪੜਾਉਂਦਾ ਸੀਗਾ। ਹਰ ਇੱਕ ਗੁਰਦੁਆਰਾ, ਹਰ ਇੱਕ ਘਰ ਸਕੂਲ ਸੀਗਾ। ਸੋ ਸਿੱਖਾਂ ਦੀ ਜਿਹੜੀ ਇਹ ਗੱਲ ਹੈ ਨਾ ਪੜ੍ਹਾਈ ਦੀ ਨਾ ਇਹ ਅੱਜ ਆਪਣੇ ਸਮੇਂ ਵਿੱਚ ਚਲੇਗੀ ਬਿਕਾਜ਼ ਇਟਸ ਕਨਵੀਨੀਅੰਟ ਟੂ ਗੋ ਇਨਟੂ WhatsApp, Facebook, ਜਸਟ ਟੂ ਰੀਡ ਸਮਥਿੰਗ ਐਂਡ ਦੈਨ ਦ ਮੋਸਟ ਜਿਹੜੀ ਆਪਣੇ ਚੀਜ਼ ਆਪਾਂ ਨੂੰ ਡੇਗਿਆ ਹੈ ਨਾ ਜਿਸਨੇ ਉਹ ਹੈ ਆਪਾਂ ਬੋਲੀ ਛੱਡ ਦਿੱਤੀ। We start using English. So the material which we had was all in Gurumukhi, and whoever has any intention of manipulating, he will manipulate into Spanish, into English, into the today's language where the masses will read. So ਉਹ ਜਿਹੜੀ ਚੀਜ਼ ਨੇ ਆਪਾਂ ਨੂੰ ਮਾਰਿਆ ਹੈ। ਉਹ ਚੀਜ਼ ਨੇ ਕੀ ਕੀਤਾ ਵੀ ਹੁਣ ਜਿਹੜਾ ਕੋਈ ਬੰਦਾ ਪੜ੍ਹਦਾ ਉਹ ਇੰਗਲਿਸ਼ ਪੜ੍ਹਦਾ ਹੈ, ਉਹ ਪੜ੍ਹ ਕੇ ਉਹ ਜਿਹੜੀਆਂ ਸਿਆਣਪਾ ਲੋਕ ਵਰਤਦੇ ਆ ਮੈਨੂਪੂਲੇਟ ਕਰਨ ਉਹ ਮੰਨ ਜਾਂਦੇ ਨੇ ਵੀ ਇਹ ਗੱਲ ਠੀਕ ਹੈ, ਪਰ ਇਹਨਾਂ ਕੋਲ ਐਬਿਲਿਟੀ ਹੈ ਨਹੀਂ, ਨਾ ਇਹਨਾਂ ਕੋਲ ਇੰਟਰਸਟ ਹੈ ਵੀ ਅਸੀਂ ਜਾ ਕੇ ਓਰੀਜਨਲ ਟੈਕਸਟ ਵੀ ਪੜ੍ਹ ਲਈਏ। ਦੇਖੀ ਸੋ ਇਹ ਜਿਹੜੀ ਗੱਲ ਆ ਫਿਰ ਜਦੋਂ ਲੋਕ ਉਹ ਗੱਲ ਨੂੰ ਮੰਨ ਲੈਂਦੇ ਨੇ ਵੀ ਹਾਂ ਕਨਵਿੰਸ ਹੋ ਜਾਂਦੇ ਨੇ ਵੀ ਇਹ ਵਸਾਖਾ, then it becomes their ego not to change because I believe this, because I like this guy, he say it's correct, and then it becomes a cult. ਉਹ ਕਲਟ ਜਿਹਾ ਬਣ ਜਾਂਦਾ ਫਿਰ ਇਕੱਠੇ ਜੇ ਹੋ ਜਾਂਦੇ ਆਪਸ ਵਿੱਚ ਗੱਲਾਂ ਹੈ। No, they feel that they are ਪੜ੍ਹੇ ਲਿਖੇ। People who reads Gurumukhi is unpad. You see the concept, that I'm English educated. This ਪੰਜਾਬੀ ਬ੍ਰਿਟਿਸ਼ ਨੇ ਆਪਣੀ ਚੀਜ਼ ਇਹ ਪਾ ਦਿੱਤੀ ਵਿੱਚ। ਉਹ ਕਹਿੰਦੇ ਵੀ ਜਿਹੜੇ ਪੰਜਾਬੀ ਪੜ੍ਹੇ ਅਨਪੜ੍ਹ ਜੇ ਆ ਇਹ ਪੜ੍ਹੇ ਲਿਖੇ ਆ। ਸੋ ਇਹ ਚੀਜ਼ ਨੇ ਆਪਾਂ ਨੂੰ ਮਾਰਿਆ। ਸੋ ਇਸ ਕਰਕੇ ਜਿਹੜੇ ਹੁਣ ਮੈਸੇਜ ਆ ਨਾ ਉਹਨਾਂ ਨੂੰ ਇਹ ਗੱਲ ਆਪਾਂ ਕਿਵੇਂ ਸਮਝਾਈਏ ਬਿਕੋਜ਼ ਇਹ ਆਪਣਾ ਟ੍ਰੈਡੀਸ਼ਨ ਜਿਹੜਾ ਹੈ, ਆਪਣੀ ਹਿਸਟਰੀ ਜਿਹੜੀ ਹੈ, ਆਪਣੀ ਬਾਣੀ ਜਿਹੜੀ ਹੈ ਉਹ ਸਾਰੀ ਪੰਜਾਬੀ ਐਂਡ ਗੁਰਮੁਖੀ ਵਿੱਚ ਹੈ। ਸੋ ਪੰਜਾਬੀ ਲੈਂਗੁਏਜ ਇੱਕ ਲੈਂਗੁਏਜ ਆ, ਮਤਲਬ ਕਿ ਗੁਰੂ ਗ੍ਰੰਥ ਸਾਹਿਬ 'ਚ ਕਿੰਨੀਆਂ ਹੀ ਲੈਂਗੁਏਜਸ ਹੋਰ ਵੀ ਹੈਗੀਆਂ ਨੇ ਪਰ ਉਹਨਾਂ ਨੂੰ ਗੁਰਮੁਖੀ 'ਚ ਲਿਖਿਆ ਹੈ। ਓਕੇ ਨਾ ਜੇ ਹੁਣ ਆਪਾਂ ਕਿਸੇ ਨੂੰ ਆਪਾਂ ਕਹਿ ਦਈਏ ਵੀ ਹਾਂ ਜੀ ਕੱਤਕ ਫੇਰ ਆਉਂਦੇ ਨਹੀਂ ਇਹ ਕਹਿੰਦਾ ਅੱਜ ਤੱਕ ਦੇਖੋ ਨਾ ਇਹ ਕੰਟਰੋਵਰਸੀ ਜਿਹੜੀ ਹੈ ਮਲੇਸ਼ੀਆ ਦੇ ਵਿੱਚ ਖਾਸ ਕਰਕੇ ਅੱਜ ਮੇਰੇ ਖਿਆਲ ਤੀਜਾ ਸਾਲ ਹੈ ਇਹ ਚੱਲਦੀ। ਕਿਸੇ ਨੂੰ ਇਹ ਵੀ ਨਹੀਂ ਕਿਸੇ ਨੇ ਜਾ ਕੇ ਪੁੱਛਿਆ ਮਿਹਰਬਾਨ ਕੌਣ ਹੈ ਵੀ ਉਹ ਜਿਹੜਾ ਰੈਫਰੈਂਸ ਆ ਉਹ ਆਥੈਂਟਿਕ ਆ ਗੁਰਮਤਿ ਦੇ ਅਨੁਸਾਰ ਆ ਜਾਂ ਨਹੀਂ ਅਨੁਸਾਰ ਉਹ ਵੀ ਨਹੀਂ ਕਿਸੇ ਨੇ ਪੁੱਛਿਆ। ਤੇ ਲੋਕਾਂ ਨੂੰ ਇਹ ਜਿਹੜੇ ਕਹਿੰਦੇ ਨੇ ਇਹ ਦੱਸਦੇ ਵੀ ਨਹੀਂ ਵੀ ਜਨਮ ਸਾਖੀ ਮਿਹਰਬਾਨ 1500 ਦੀ ਲਿਖੀ ਹੋਈ ਆ ਇਹ ਲੋਕੀ ਮੰਨ ਲੈਂਦੇ ਉਹ ਵੀ ਨਹੀਂ ਦੱਸਦੇ ਪਰ ਕੋਈ ਨਹੀਂ ਪੁੱਛਦਾ ਵੀ ਮਿਹਰਬਾਨ ਕੌਣ ਸੀ। ਹਾਂਜੀ ਇਸ ਦਿਸ ਇਜ਼ ਦ ਪ੍ਰੋਬਲਮ। ਲਾਈ ਲੱਗ ਭੇਡ ਚਾਲ ਕਹਿੰਦੇ ਆ ਇਹਨੂੰ, ਇੱਕ ਤੁਰ ਪਿਆ ਮੁਰੇ ਭੇਡ ਸਾਰਿਆਂ ਦੇ ਪਿੱਛੇ ਅੰਨੇ ਹੋ ਕੇ ਤੁਰ ਪੈਣਾ। ਇਹ ਗੱਲ ਹੈ ਅੱਜ ਇੱਕ ਚੱਲ ਰਿਹਾ ਬਿਕਾਜ਼ ਵੀ ਆਰ ਨਾਟ ਇੰਟਰਸਟਡ ਇਨ ਰੀਡਿੰਗ, ਵੀ ਗੋਟ ਨੋ ਟਾਈਮ ਇਨ ਰੀਡਿੰਗ। For us it's an activity that ਵਿਹਲਾ ਬੈਠਾ ਬੰਦਾ ਘਰ ਜਿਹਨੂੰ ਰਿਟਾਇਰਡ ਹੋਇਆ ਫੋਨ ਲੈ ਕੇ ਉਹਨੇ ਇੱਧਰ ਮੈਸੇਜ ਪਾਤੀ ਇੱਥੇ 2 ਗਾਲਾਂ ਖਾ ਲਈਆਂ ਇੱਥੇ 2 ਗਾਲਾਂ ਕੱਢਤੀਆਂ ਉਹਦਾ ਸੋਹਣਾ ਟਾਈਮ ਲੰਘ ਜਾਂਦਾ। ਉਹ ਨਾਲੇ ਕਾਫੀ ਪੀ ਜਾਂਦਾ ਹੁੰਦਾ ਨਾਲੇ ਆਰਗੂਮੈਂਟ 'ਚ ਥੋੜਾ ਜਿਹਾ ਕਿਸੇ ਨੂੰ ਛੇੜਤਾ ਮੇਰੇ ਵਰਗੇ ਨੂੰ ਮੈਂ ਭੜਕ ਗਿਆ ਦੂਜਾ ਆ ਗਿਆ ਤੇ ਉਹ ਬਹੁਤ ਖੁਸ਼ ਹੁੰਦਾ ਹੁਣ ਪੈ ਗਈ ਲੜਾਈ। So I mean this is an entertainment for them, but for us it's like you do one mistake today, that one mistake is going to destroy your generations to come. Yeah. So, no problem. That's why we take it very seriously. Agree with you. I think the education and the way we, embark into getting into the right literature, right, it's very important. I think that's very clear. Virji, you want to touch a little about, what Meherban actually wrote? Does it got to do anything with the Pehli Vaisakh? No. Actually, he wrote Vaisakh Sudi Teej. ਉਹਨੇ ਵਿਸਾਖ ਸੁਦੀ ਤੀਜ ਲਿਖਿਆ, ਉਹਨੇ ਫਸਟ ਵਿਸਾਖ ਨਹੀਂ ਲਿਖਿਆ। ਓਕੇ ਨਾ ਰਿਮੈਂਬਰ ਵੀ ਗੋਟ 2 calendars here. Bikrami is a hybrid calendar which works on solar and lunar as well. ਸੋ ਜਿਹੜਾ 16 ਪਾਠ ਆ ਉਹ ਆਪਾਂ ਕਹਿੰਦੇ ਆ ਉਹ ਤਰੀਕਾ ਆਉਂਦੀਆਂ ਨੇ ਜਿਵੇਂ ਆਪਾਂ ਕਹਿੰਦੇ ਪਹਿਲੀ ਵਿਸਾਖ ਅੱਜ ਜੋ ਵਿਸਾਖੀ ਆ ਪਹਿਲੀ ਵਿਸਾਖ ਦੈਟ ਇਜ਼ ਜਿਹੜਾ ਹੈ ਇਹ 16 ਕੈਲੰਡਰ ਹੈ। ਪਰ ਇਹਦੇ ਵਿੱਚ ਅੱਜ ਜੇ ਆਪਾਂ ਮੂਨ ਦਾ ਕੈਲੰਡਰ ਦੇਖੀਏ ਉਹਦੀ ਹੋਰ ਕੋਈ ਤਰੀਕ ਹੁੰਦੀ ਹੈ, ਉਹ ਹਜੇ ਕੀਤਾ ਜਾਂ ਉਹਦੀ ਤਰੀਕ ਜਿਹੜੀ ਹੋਰ ਹੁੰਦੀ ਹੈ ਉਹਦਾ ਮਹੀਨਾ ਵੀ ਹੋਰ ਤਰ੍ਹਾਂ ਚੱਲਦਾ ਹੈ। ਸੋ ਉਹਨਾਂ ਨੇ ਲਿਖਿਆ ਵਿਸਾਖ ਸੁਦੀ ਤੀਜ ਤੇ ਅੱਜ ਥੋੜੋ ਵਿਸਾਖ ਸੁਦੀ ਤੀਜ ਆ, ਇਹਨਾਂ ਨੇ ਤਾਂ ਫਸਟ ਵਿਸਾਖ। ਹੁਣ ਦੇਖੋ ਇਹ ਬੰਦੇ ਜਿਹੜੇ ਅੱਜ ਮਿਹਰਬਾਨ ਦੀ ਗੱਲ ਲੈ ਕੇ ਤੁਰ ਰਹੇ ਨੇ ਇਹ ਉਹ ਨਹੀਂ ਮੰਨ ਰਹੇ, ਉਹ ਵੀ ਨਹੀਂ ਮੰਨਦੇ। ਸੋ it is becoming a joke. ਅੱਛਾ yeah, total joke ਹੈ। yeah, if it's not first it's a flaw within a flaw. Yeah, it's a flaw within a flaw. Yeah. So Virji, I want to thank you
for sharing all this valuable knowledge and this, this information. I think even Sangat, would like to know, right? It create a big confusion for people like me, right? And now it become very clear, right? The facts that we have, what is the deception motivated about, right? And then how do we get into moving forward, right? The education part, reference, valuable reference that you have mentioned. I think those are authentic, right? The Janam Sakhi itself, right? All this information has enlightened, myself, and I hope to the Sangat too. Any last words from Yeah, I'd like to add something. You see, recently the issue came up. SGPC's calendar, okay, SGPC calendar, which is used in the entire India, I think, it's not Punjab. You see, ਉਹ calendar ਵਿੱਚ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਦ ਤੱਕ ਦੀ ਪੂਰਨਮਾਸੀ ਨੂੰ. But when you go into their web page, where they put the lives of 10 gurus, they wrote that Guru Nanak Dev Ji da Prakash first Vasak nu hoya. See, SGPC, they are contradicting themselves. But we must remember, SGPC ਚ ਜਿਹੜੇ ਵੀ ਅੱਗੇ ਹੋਏ ਨੇ ਉਹ ਜ਼ਿਆਦੇ ਗੁਰਮੁਖੀ ਐਡਵੋਕੇਟਡ ਸੀਗੇ. ਜਦੋਂ ਉਹਨਾਂ ਨੇ ਵੈਬ ਦੇ ਉੱਤੇ ਆਪਣੀਆਂ ਚੀਜ਼ਾਂ ਪਾਈਆਂ, they got these people from the universities to help them to translate the Gurmukhi into English. ਸੋ ਉਹਨਾਂ ਨੇ ਇੰਗਲਿਸ਼ ਮਟੀਰੀਅਲ ਜਦੋਂ ਉੱਤੇ ਪਾਇਆ ਤੇ ਉਹਨਾਂ ਦੇ ਵਿੱਚ ਐਸੇ ਬੰਦੇ ਆ ਗਏ ਜਿਹੜੇ ਕਿ ਮੀਨੇ ਖਿਆਲਾਂ ਵਾਲੇ ਸੀਗੇ, ਉਹ ਵੀ ਵਿੱਚ ਬੈਠੇ ਸੀਗੇ. ਉਹਨਾਂ ਨੇ ਫਸਟ ਵਿਸਾਖ ਇੱਥੇ ਲਿਖਤਾ, ਆਪਾਂ ਕੈਲੰਡਰ ਵਿੱਚ ਕਦ ਤੱਕ ਦੀ ਪੂਰਨਮਾਸੀ. ਸੋ ਇਹਦੇ ਕਰਕੇ ਵੀ ਕਈ ਲੋਕ ਕਨਫਿਊਜ਼ ਨੇ ਵੀ ਇਹ ਕੀ ਹੋ ਰਿਹਾ, ਬਿਕਾਜ਼ ਇਟਸ ਬੀਇੰਗ put into the highlight by the people who are taking it first ਵਿਸਾਖ. ਵੀ SGPC ਇੱਥੇ ਇਹ ਕਹਿੰਦਾ, ਮੇਰੇ ਵਰਗੇ ਕਹਿੰਦੇ ਨਹੀਂ ਕੈਲੰਡਰ ਵਿੱਚ ਇਹ ਆ. ਸੋ ਉੱਥੇ ਵੀ ਝਗੜਾ ਹੈ. So this one is very unfortunate. Our Panthak organizations, now I feel sometimes they want us to fight. They want us to keep on arguing on things. But see, if someone sets a trap for us, we should not be dropping into the trap. So मैं यही बेनती करता संगत नो, please open up your eyes, open up your ears, read, start reading. You will get all the facts right on there and there. You don't have to depend on anybody. Read it. ਲੋਕਾਂ ਦੀਆਂ ਗੱਲਾਂ ਨਾ ਸੁਣੋ, ਐਡੂਕੇਟ ਇਹ ਗੱਲ ਆ, ਮੇਰੀ ਵੀ ਨਾ ਸੁਣੋ, ਪੜ੍ਹ ਕੇ ਦੇਖ ਲਓ. ਜੋ ਮੈਂ ਕਹਿੰਦਾ ਤੁਸੀਂ ਜਾ ਕੇ ਰੈਫਰੈਂਸ ਕਰਕੇ ਦੇਖ ਲਓ ਨਾ, ਮਤਲਬ ਪੜ੍ਹ ਕੇ ਦੇਖੋ ਉਹਨੂੰ, ਆਪਣਾ ਆਪ ਤੁਹਾਨੂੰ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਜਿਵੇਂ ਕਹਿੰਦੇ ਹੁੰਦੇ ਆ ਉਵੇਂ ਹੋ ਜੂ. ਇਹ ਸੌਖੀ ਜੀ ਗੱਲ ਹੈ ਨਾ. ਸੋ ਆਈ ਥਿੰਕ ਦਿਸ ਇਜ਼ ਦ ਵੇ ਵੀ ਸ਼ੁੱਡ ਗੋ, ਐਂਡ ਦਿਸ ਇਜ਼ ਹਾਊ ਵੀ ਸ਼ੁੱਡ ਐਡੂਕੇਟ ਆਵਰ ਚਿਲਡਰਨ ਆਲਸੋ. ਜੇ ਆਪਾਂ ਅੱਜ ਇਹ ਸਟੈਪ ਲੈ ਲਾਂ, ਜਾਣੋ ਆਪਣੇ ਬੱਚਿਆਂ ਦਾ ਕੀ ਹਾਲ ਹੋਊਗਾ. ਉਹ ਪੜ੍ਹਨਗੇ ਕੁਛ, ਕਿਉਂਕਿ ਰੀਡਿੰਗ ਦਾ, ਪੜ੍ਹਾਈ ਕਰਨ ਦਾ, ਰਿਸਰਚ ਕਰਨ ਦਾ, ਇਹ ਸਾਰੀ ਜਿਹੜੀ ਪਰੰਪਰਾ ਮੁੱਕ ਰਹੀ ਹੈ, ਇਟਸ ਫਿਨਿਸ਼ਿੰਗ, which we should not let it happen. Now a lot of books which was available in people's, ਲੋਕਾਂ ਦੇ ਘਰਾਂ 'ਚ ਰੱਖੇ ਹੋਏ, ਉਹਨਾਂ ਦੇ ਬਜ਼ੁਰਗਾਂ ਦੇ, ਉਹ ਚੱਕ ਕੇ ਸੰਸਕਾਰ ਵਾਸਤੇ ਦੇਈ ਜਾਂਦੇ, ਸੱਟੀ ਜਾਂਦੇ. We shouldn't do that. ਰੱਖੋ ਭਾਈ ਤੇ ਆਪਣੇ ਬੱਚਿਆਂ ਨੂੰ ਐਡੂਕੇਟ ਕਰੋ. Very important, Vijay. Actually, the fact that this deception of the Prakash Diyara of Guru Nanak Dev Ji itself point out that to be educated is very, very important. And then I believe there are more topics of discussion that will come up in future. Yes, right? definitely. So being educated, being aware of what literature is available, what reference material we should go back to is very, very important. Yes, very true. Thanks, Vijay. Thanks for sharing with us. Thank you, Vijay. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.